ਸਤਿ ਸ੍ਰੀ ਅਕਾਲ। ਅੱਜ ਤਰੀਕ ਹੈਗੀ ਹੈ ਨਵੰਬਰ 1 ਤੇ ਸਾਲ ਹੈਗਾ ਜੀ 2020 ਤੇ ਦਿਨ ਹੈਗਾ ਅੱਜ ਐਤਵਾਰ। 31 ਅਕਤੂਬਰ ਇੰਦਰਾ ਗਾਂਧੀ ਦੀ ਭਾਜੀ ਮੋੜੀ ਗਈ। ਇੰਦਰਾ ਗਾਂਧੀ ਨੂੰ ਇਸ ਦੁਨੀਆ ਤੋਂ ਚਲਦਾ ਕੀਤਾ ਗਿਆ ਉਸ ਦੇ ਦੋ ਸਿੱਖ ਅੰਗ ਰੱਖਿਆ ਵੱਲੋਂ। ਕਾਰਨ ਸੀਗਾ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ, ਜਿਸ ਦੇ ਵਿੱਚ ਅਨੇਕਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਔਰ ਜਗ੍ਹਾ ਉਸ ਸਮਾਂ ਜਿਹੜਾ ਚੁਣਿਆ ਗਿਆ ਸੀ ਉਸ ਵਾਸਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਨੂੰ ਚੁਣਿਆ ਗਿਆ, ਜਦੋਂ ਕਿ ਸਿੱਖ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਉਸ ਦਿਹਾੜੇ ਨੂੰ ਮਨਾਉਣ ਦਰਬਾਰ ਸਾਹਿਬ ਅੰਮ੍ਰਿਤਸਰ ਗਈਆਂ ਹੋਈਆਂ ਸੀ। ਉਸ ਟਾਈਮ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੀ ਹੈ, ਜਿਹਦੇ 'ਚ ਅਨੇਕਾਂ ਹੀ ਬੇਦੋਸ਼ੀ ਸਿੱਖ ਮਾਰੇ ਜਾਂਦੇ ਨੇ ਔਰ ਉਸ ਫੌਜ ਨੂੰ ਦਰਬਾਰ ਸਾਹਿਬ ਦੇ ਵਿੱਚ ਭੇਜਿਆ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ, ਜੋ ਉਸ ਸਮੇਂ ਦੇ ਭਾਰਤ ਦੀ ਪ੍ਰਧਾਨ ਮੰਤਰੀ ਸੀ। ਤੇ ਇਸ ਦਾ ਪ੍ਰਤੀਕਰਮ 31 ਅਕਤੂਬਰ ਨੂੰ ਸਿੱਖਾਂ ਵੱਲੋਂ ਉਹਨਾਂ ਦੇ ਕਤਲ ਕਰਕੇ ਉਹਨਾਂ ਨੂੰ ਇਸ ਦੁਨੀਆ ਤੋਂ ਚਲਦਾ ਕਰਕੇ ਕੀਤਾ ਗਿਆ। ਪਹਿਲੀ ਗੱਲ, ਮਾਫੀ ਚਾਹੁੰਦੇ ਹਾਂ ਕਿ ਪ੍ਰੋਗਰਾਮ ਕਿਸੇ ਟੈਕਨੀਕਲ ਰੀਜ਼ਨ ਕਰਕੇ ਅਸੀਂ ਕੱਲ ਸ਼ੇਅਰ ਨਹੀਂ ਕਰ ਸਕੇ ਜੋ ਹੋਣਾ ਚਾਹੀਦਾ ਸੀ, ਇਸ ਕਰਕੇ ਇੱਕ ਦਿਨ ਅਸੀਂ ਲੇਟ ਹਾਂ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਨ ਤੋਂ। ਪਰ ਅੱਜ ਤੁਹਾਡੇ ਨਾਲ ਇਹ ਪ੍ਰੋਗਰਾਮ ਅਸੀਂ ਸ਼ੇਅਰ ਕਰ ਰਹੇ ਹਾਂ। ਅੱਜ ਸਾਡੇ ਨਾਲ ਇਸ ਵਿਚਾਰ ਚਰਚਾ ਦੇ ਵਿੱਚ ਨੇ ਸਰਦਾਰ ਆਗਿਆਪਾਲ ਸਿੰਘ, ਸਿੱਖ ਐਕਟੀਵਿਸਟ ਨੇ, ਖੁਦ ਇੱਕ ਪੱਤੇ ਜਰਨਲਿਸਟ ਵੀ ਨੇ ਔਰ ਬਿਜ਼ਨਸਮੈਨ ਵੀ ਨੇ। ਸੋ ਆਗਿਆਪਾਲ ਬਾਟ ਸਾਡੇ ਨਾਲ ਸ਼ਾਮਲ ਹੋਣਗੇ। ਕੁਲਵੀਰ ਚੱਠਾ ਸਿੱਖ ਐਕਟੀਵਿਸਟ ਨੇ, ਸਿੱਖ ਸਕਾਲਰ ਵੀ ਨੇ, ਬਹੁਤ ਜ਼ਿਆਦਾ ਕੰਮ ਉਹ ਸਿੱਖੀ ਪ੍ਰਤੀ, ਪੰਜਾਬ ਪ੍ਰਤੀ ਕਰਦੇ ਨੇ, ਬੜੇ ਹੀ ਨੌਲੇਜੇਬਲ ਬੰਦੇ ਨੇ। ਤੇ ਤੀਜੇ ਸਾਡੇ ਨਾਲ ਇਸ ਪੈਨਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਜੀ ਕੁਲਵਿੰਦਰ ਸਿੰਘ ਫਲੋਰਾ, ਜੋ ਕਿ ਇੱਕ ਸੀਨੀਅਰ ਪੱਤਰਕਾਰ ਨੇ, ਉਹ ਵੀ ਇੱਕ ਸਿੱਖ ਐਕਟੀਵਿਸਟ ਨੇ। ਆਓ ਇਹਨਾਂ ਸਾਰਿਆਂ ਦਾ ਆਪਾਂ ਸਵਾਗਤ ਕਰੀਏ। ਸਵਾਗਤ ਕਰਦੇ ਇਹਨਾਂ ਸਾਰਿਆਂ ਦਾ। ਅੱਜ ਆਪਣੇ ਨਾਲ ਜੁਆਇਨ ਕਰ ਰਹੇ ਨੇ ਸਰਦਾਰ ਆਗਿਆਪਾਲ ਸਿੰਘ। ਆਗਿਆਪਾਲ ਵੀਰ, ਸਵਾਗਤ ਆ ਤੁਹਾਡਾ ਅੱਜ ਦੇ ਐਪੀਸੋਡ ਵਿੱਚ। ਥੈਂਕ ਯੂ ਵੈਰੀ ਮਚ ਵੀਰ ਜੀ। ਤੇ ਆਪਣੇ ਨਾਲ ਦੂਜੇ ਪੈਨਲ ਦੇ ਮੈਂਬਰ ਨੇ ਕੁਲਵੀਰ ਸਿੰਘ ਚੱਠਾ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਐਂਡ ਆਪਣੇ ਨਾਲ ਫੇਮਸ ਪੱਤਰਕਾਰ ਕੁਲਵਿੰਦਰ ਸਿੰਘ ਫਲੋਰਾ ਵੀ ਨੇ। ਸੋ ਫਲੋਰਾ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ। ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ 31 ਅਕਤੂਬਰ ਇੱਕ ਉਹ ਦਿਨ ਜੋ ਕਿ ਸਿੱਖ ਇਤਿਹਾਸ ਦੇ ਵਿੱਚ ਵੀ ਔਰ ਭਾਰਤ ਦੇ ਇਤਿਹਾਸ ਵਿੱਚ ਵੀ ਇੱਕ ਬਹੁਤ ਮਹੱਤਵਪੂਰਨ ਦਿਨ ਆ। ਇਹ ਦਿਨ ਕਿਉਂ ਤੇ ਕਿਵੇਂ ਪਹੁੰਚਿਆ ਗਿਆ? ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਨਾਲ ਕੰਟੀਨਿਊਸਲੀ ਅਨਿਆਏ ਹੁੰਦਾ ਆਇਆ, ਉਹਨਾਂ ਦਾ ਧੋਖਾ ਹੁੰਦਾ ਆਇਆ। ਆਪਣਾ ਸੂਬਾ ਬਣਾਉਣ ਵਾਸਤੇ, ਪੰਜਾਬੀ ਸੂਬਾ ਬਣਾਉਣ ਵਾਸਤੇ ਸਟਰਗਲ ਕਰਨੀ ਪਈ। ਉਸ ਸਟਰਗਲ ਦੇ ਵਿੱਚ ਹਾਲਾਂਕਿ ਲਾਲ ਬਹਾਦਰ ਸ਼ਾਸਤਰੀ ਜਿਹੜੇ ਸੀ, ਉਹਨਾਂ ਨੇ ਹਾਂ ਭਰੀ, ਪਰ ਇੰਦਰਾ ਗਾਂਧੀ ਉਸ ਨੂੰ ਕ੍ਰਿਟੀਸਾਈਜ਼ ਕਰਦੀ ਰਹੀ ਕਿ ਤੂੰ ਸਿੱਖਾਂ ਨੂੰ ਇੱਕ ਅਲੱਗ ਸੂਬਾ ਕਿਉਂ ਦਿੱਤਾ, ਭਾਸ਼ਾ ਦੇ ਆਧਾਰ ਦੇ ਉੱਤੇ ਇੱਕ ਸੂਬਾ ਕਿਉਂ ਦਿੱਤਾ। ਫਿਰ ਐਮਰਜੈਂਸੀ ਆਉਂਦੀ ਆ। ਐਮਰਜੈਂਸੀ ਦੇ ਵਿੱਚ ਵੀ ਸਿੱਖ ਤੇ ਇੰਦਰਾ ਗਾਂਧੀ ਇੱਕ ਦੂਜੇ ਦੇ ਆਪੋਜੀਸ਼ਨ 'ਚ ਖੜਦੇ ਨੇ ਔਰ ਉਹ ਸਿੱਖਾਂ ਨੂੰ ਉਸ ਦੇ ਵਿੱਚ ਵੀ ਨਫ਼ਰਤ ਕਰਦੀ ਆ। ਇਸੇ ਐਮਰਜੈਂਸੀ ਦਾ ਜਿਹੜਾ ਅਗਲੀ ਐਪੀਸੋਡ ਆਉਂਦਾ 84, ਜਦੋਂ ਕਿ ਬਲੂ ਸਟਾਰ ਆਪਰੇਸ਼ਨ, ਸਾਕਾ ਨੀਲਾ ਤਾਰਾ, ਜਿਸ ਨੂੰ ਇੰਦਰਾ ਗਾਂਧੀ ਕਰਦੀ ਆ, ਉਸੇ ਸਾਕੇ ਦਾ ਕਾਰਨ ਬਣਦਾ ਹੈਗਾ 31 ਅਕਤੂਬਰ, ਜਦੋਂ ਉਸ ਦਾ ਬਦਲਾ ਲਿਆ ਜਾਂਦਾ। ਦੋ ਸਿੱਖ ਨੌਜਵਾਨਾਂ ਵੱਲੋਂ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਸੋ ਅੱਜ ਦੀ ਪ੍ਰੋਗਰਾਮ ਸ਼ੁਰੂ ਕਰਾਂਗੇ ਚੱਠਾ ਸਾਹਿਬ ਤੋਂ। ਚੱਠਾ ਸਾਹਿਬ, ਇਸ ਸਾਰੇ ਇਨਸੀਡੈਂਟ ਬਾਰੇ, ਸਾਰੇ ਕਾਂਡ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਰੀਫ ਦੇ ਵਿੱਚ ਜੀ? ਮੈਂ ਤੁਹਾਨੂੰ ਹਵਾਲਾ ਦੇਣਾ ਚਾਹੂੰਗਾ ਜਨਰਲ ਕੁਲਦੀਪ ਸਿੰਘ ਦੀ। ਮੈਂ ਇੰਟਰਵਿਊ ਸੁਣੀ ਸੀ। ਉਹ ਕਾਫੀ ਸਿੱਖ ਹੱਕਾਂ ਲਈ ਕੰਮ ਕਰਦੇ ਆ। ਮੇਰੇ ਖਿਆਲ ਆਪਾਂ ਸਾਰਿਆਂ ਨੂੰ ਪਤਾ ਹੋਣਾ ਵੀ ਜਨਰਲ ਕੁਲਦੀਪ ਸਿੰਘ ਅੱਜ ਕੱਲ੍ਹ ਵੀ ਬਹੁਤ ਐਕਟਿਵ ਆ ਆਪਣੇ ਐਜੂਕੇਸ਼ਨ ਦੇ ਮਾਮਲੇ 'ਚ ਜਾਂ ਹੋਰ। ਤੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਇੰਦਰਾ ਗਾਂਧੀ ਜਿਹੜਾ ਕੀ ਟਲ ਸਕਦਾ ਸੀ। ਉਹਨਾਂ ਨੇ ਕਿਹਾ ਕਿ ਨਹੀਂ, ਇਹ ਇੰਦਰਾ ਗਾਂਧੀ ਨੂੰ ਸਿੱਖਾਂ ਨਾਲ ਕੋਈ ਪਰਸਨਲੀ ਸੀ। ਤੇ ਅੱਜ ਤੱਕ ਅਸੀਂ ਇਹ ਗੱਲਾਂ ਮਤਲਬ ਇਸ ਗੱਲ ਤੇ ਕਦੀ ਚਰਚਾ ਨਹੀਂ ਕੀਤੀ ਵੀ ਇੰਦਰਾ ਗਾਂਧੀ ਨੂੰ ਸਿੱਖਾਂ ਨਾਲ ਪਰਸਨਲੀ ਕੀ ਸੀ। ਮੈਂ ਇਸ ਵਿਸ਼ੇ ਤੇ ਥੋੜਾ ਕੰਮ ਕੀਤਾ ਹੋਇਆ, ਪਰ ਮੈਂ ਕਦੀ ਜਨਤਕ ਨਹੀਂ ਕੀਤਾ। ਮੈਂ ਆਪਣੇ ਆਪਸ ਵਿੱਚ ਕਦੀ ਚਰਚਾ ਕਰ ਲਈਦੀ ਆ। ਤੇ ਇਹ ਗੱਲਾਂ ਜ਼ਰੂਰ ਸਾਨੂੰ ਕੱਢਣੀਆਂ ਚਾਹੀਦੀਆਂ ਵੀ ਏਦਾਂ ਕਿਉਂ ਸੀ। ਦੂਸਰੀ ਗੱਲ, ਜਿਹੜਾ ਬਹੁਤੇ ਲੋਕੀ ਸੋਚਦੇ ਆ ਕਿ ਸਾਡੇ 1984 ਤੋਂ ਪਹਿਲਾਂ ਜੀ ਸਿੱਖਾਂ ਦੀ ਬਹੁਤ ਸੀ,
ਉਹਦੇ ਲਈ ਮੈਂ ਸਿਰਫ ਤੇ ਸਿਰਫ ਇੱਕ ਕੁਲਦੀਪ ਸਿੰਘ ਕੋੜਾ ਦੀ ਕਿਤਾਬ ਆ, ਉਹ ਕਹੂੰਗਾ ਸਾਰੇ ਪੜ੍ਹ ਲੈਣ। ਉਹਨਾਂ ਨੇ ਦੱਸਿਆ ਵੀ ਆਜ਼ਾਦੀ ਤੋਂ ਬਾਅਦ ਜਦੋਂ ਉਹਨਾਂ ਦੇ ਮਾਮਾ ਜੀ ਬਹੁਤ ਤਗੜੇ ਅਮੀਰ ਆਦਮੀ ਸੀ, ਪਿੱਛੋਂ ਆਏ ਤੇ ਇੱਥੇ ਜ਼ਮੀਨ ਥੋੜੀ ਮਿਲੀ, ਤੇ ਕੋਈ ਪਿੰਡ ਦੇ ਵਿੱਚ ਚੋਰੀ ਦਾ ਮਾਮਲਾ ਸੀ, ਇੱਕ ਆਮ ਜਿਹੜਾ ਥਾਣੇਦਾਰ ਉਹਨਾਂ ਨੂੰ ਵੀ ਕਹਿੰਦਾ ਚੱਲ ਤੁਸੀਂ ਲਾਈਨ ਚ ਲੱਗ। ਹਾਂਜੀ, ਇਹ ਗੱਲ ਲਿਖੀ ਹੋਈ ਆ, ਰਿਕਾਰਡਡ ਆ। ਤੇ ਉਹਨੂੰ ਕਹਿਣ ਲੱਗੇ ਥਾਣੇਦਾਰ ਨੂੰ ਵੀ ਨਹੀਂ, ਇਹ ਤਾਂ ਬਹੁਤ ਵੱਡੇ ਸਰਦਾਰ ਸੀ, ਵੀ ਹੁਣ ਚਲੋ ਜ਼ਮੀਨ ਥੋੜੀ ਇੱਥੇ ਮਿਲੀ। ਉਹ ਕਹਿੰਦਾ ਮੈਂ ਹੁਣ ਕਹਿੰਦਾ ਉਹ ਗੱਲ ਨਹੀਂ, ਉਹ ਰਾਜ ਨਹੀਂ ਰਹਿ ਗਿਆ, ਹੁਣ ਕਹਿੰਦਾ ਹੁਣ ਸਾਡਾ ਰਾਜ ਆ। ਸੋ ਤੁਸੀਂ ਵੀ ਇਹ ਗੱਲ ਨਾਲ ਮਤਲਬ ਤੁਸੀਂ ਵੀ ਇਹ ਕਹਿਣਾ ਚਾਹੁੰਦੇ ਹੋ ਕਿ ਬੇਸਿਕਲੀ ਸਿੱਖਾਂ ਨਾਲ ਜੋ 47 ਦੇ ਵਿੱਚ ਭਾਰਤ ਦੀ ਆਜ਼ਾਦੀ ਦਾ ਜੋ ਵੀ ਇੱਕ ਟ੍ਰਾਂਸਫਰ ਆਫ ਪਾਵਰ ਸੀ, ਉਦੋਂ ਜੋ ਕਾਂਗਰਸ ਵੱਲੋਂ ਜਾਂ ਹਿੰਦੂਤਵੀ ਤਾਕਤਾਂ ਵੱਲੋਂ ਜੋ ਧੱਕਾ ਸ਼ੁਰੂ ਹੋਇਆ, ਉਸ ਦਾ ਜਿਹੜਾ ਨਤੀਜਾ ਹੈਗਾ ਉਹ 31 ਅਕਤੂਬਰ ਨੂੰ ਨਿਕਲਦਾ। ਬਿਲਕੁਲ ਜੀ, 31 ਅਕਤੂਬਰ ਨੂੰ ਨਿਕਲਦਾ। ਤੁਸੀਂ ਇਹ ਨਾਨਾ ਦੇਸ਼ਮੁਖ ਦਾ ਪੜ੍ਹ ਲਓ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ, ਉਹ ਜਿਹੜਾ ਸਿਧਾਂਤਕਾਰ ਸੀ RSS ਦਾ, ਵੀ ਇਹ ਸਿੱਖਾਂ ਨਾਲ ਹੋਣੀ ਸੀ। ਉਹ ਜਾਣੀ ਕਿ ਠੀਕ ਆ ਚੱਠਾ ਸਾਹਿਬ, ਮੈਂ ਇੱਥੇ ਸੇਮ ਵਿਊ ਲੈਣਾ ਚਾਹੂੰਗਾ ਆਪਣੇ ਕੁਲਵਿੰਦਰ ਸਿੰਘ ਫਲੋਰਾ ਹੋਣਾ ਦੇ। ਫਲੋਰਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਜੀ, ਸਭ ਤੋਂ ਪਹਿਲਾਂ ਮੇਰੇ ਚ ਇੱਕ ਜੰਗਨਾਮਾ ਸ਼ਾਹ ਮੁਹੰਮਦ ਜਿਹੜਾ ਸੀਗਾ ਉਹਦਾ ਲਿਖਿਆ, ਉਹਦੀਆਂ 4 ਸਤਰਾਂ ਆਪਣਾ ਬੋਲਾਂਗਾ। ਉਸ ਤੋਂ ਬਾਅਦ ਫਿਰ ਆਪਾਂ ਤਫਤੀਲ ਨਾਲ ਗੱਲ ਕਰਾਂਗੇ। ਅਵਲ ਹਮਦ ਜੰਨਾ ਅੱਲਾ ਦੀ ਨੂੰ, ਜਿਹੜਾ ਕੁਦਰਤੀ ਖੇਲ ਖਲਾਵਦਾ ਹੀ 14 ਤਬਕਾਂ ਦਾ ਨਕਸ਼ ਨਿਗਾਰ ਕਰਕੇ ਰੰਗਾ ਰੰਗ ਦੇ ਭੇਖ ਰਚਾਵਦਾ ਹੀ, ਸਫਾ ਪਿਛਲੀਆਂ ਸਭ ਸਮੇਟ ਲੈਂਦਾ, ਸਫਾ ਪਿਛਲੀਆਂ ਸਭ ਸਮੇਟ ਲੈਂਦਾ, ਅੱਗੇ ਹੋਰ ਦੀ ਹੋਰ ਵਿਛਾਵਦਾ ਹੀ ਸ਼ਾਹ ਮੁਹੰਮਦਾ, ਉਸ ਤੋਂ ਸਦਾ ਡਰੀਏ ਬਾਦਸ਼ਾਹਾਂ ਥੀ ਭੀਖ ਮੰਗਾਵਦਾ ਹੀ। ਸੋ ਇਹ ਸ਼ਾਹ ਮੁਹੰਮਦ ਦੀ ਜਿਹੜੀਆਂ ਨੇ 17 ਨੇ, ਇਹਨਾਂ ਦੇ ਵਿੱਚ ਬੜੇ ਗੁੱਝੇ ਪੇਜ ਨੇ ਜਿਹੜੇ ਸਾਡੇ ਉੱਤੇ ਪੂਰੇ ਢੁੱਕਦੇ ਨੇ। ਕਿ ਇੱਕ ਤੇ ਗੱਲ ਦੇਖੀਏ ਕਿ ਇੰਦਰਾ ਗਾਂਧੀ ਨੂੰ ਕੀ ਐਸੀ ਦਰਦ ਤਕਲੀਫ ਸੀ ਸਿੱਖਾਂ ਵਾਲੀ। ਇੱਕ ਹੈ ਕਿ ਉਸ ਤੋਂ ਪਹਿਲਾਂ 1956 ਦੇ ਵਿੱਚ 55 ਜਿਹੜਾ ਗੁਰਦੁਆਰਾ ਸਾਹਿਬ ਆਪਣਾ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀਗਾ, ਉਸ ਵੇਲੇ ਸਰਕਾਰ ਨੂੰ ਸਿੱਖਾਂ ਨਾਲ ਕੀ ਤਕਲੀਫ ਸੀ। ਫਿਰ ਉਸ ਤੋਂ ਬਾਅਦ ਜਿਹੜੀ 1975 ਚ ਐਮਰਜੈਂਸੀ ਲੱਗਦੀ ਹੈ, ਉਸ ਵੇਲੇ ਜਿਹੜੀਆਂ ਹਿੰਦੁਸਤਾਨ ਭਰ ਦੇ ਚੋਂ ਇੰਦਰਾ ਗਾਂਧੀ ਦੇ ਖਿਲਾਫ ਜਿਹੜੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ, ਜਦੋਂ ਪਾਂਡੇ ਬ੍ਰਦਰਸ ਜਿਹੜੇ ਨੇ ਜਹਾਜ਼ ਅਗਵਾ ਕਰਕੇ ਚਲਾਏ, ਉਹਨਾਂ ਗ੍ਰਿਫਤਾਰੀਆਂ ਵਿੱਚ 1,20,000 ਚੋਂ 85,000 ਸਿੱਖਾਂ ਦੀ ਗਿਣਤੀ ਸੀ। ਉਹ ਇੱਕ ਨਿੱਜੀ ਰੰਜਿਸ਼ ਵਾਸਤੇ ਇੰਦਰਾ ਗਾਂਧੀ ਦੇ ਦਿਲ ਦੇ ਵਿੱਚ ਇੱਕ ਪਲੇਟਫਾਰਮ ਬਣ ਗਿਆ ਉਹਦੇ ਨਾਲ। ਪਰ ਉਸ ਤੋਂ ਪਹਿਲਾਂ ਮਾਹੌਲ ਬਣਾਇਆ ਜਾ ਰਿਹਾ ਸੀ, ਪਰ ਇਸ ਚੀਜ਼ ਨੇ ਉਸ ਪਲੇਟਫਾਰਮ ਨੂੰ ਹੋਰ ਵੀ ਗੂੜਾ ਕਰਤਾ ਕਿ ਇੰਨੀ ਵੱਡੀ ਭਾਰਤ ਦੀ ਆਬਾਦੀ ਚੋਂ, ਤੇ ਉਸ ਆਬਾਦੀ ਚੋਂ 2% ਸਿੱਖਾਂ ਦੇ ਵਿੱਚੋਂ 85,000 ਦੀ ਗਿਣਤੀ ਇੱਕ ਬਹੁਤ ਵੱਡੀ ਗਿਣਤੀ ਸੀ। ਉਹਨੇ ਪਰਸਨਲੀ ਤੌਰ ਤੇ ਉਹਨੇ ਇੱਕ ਇੰਜੈਕਟ ਕੀਤਾ ਨਫ਼ਰਤ ਨੂੰ ਇੰਦਰਾ ਗਾਂਧੀ ਦੇ ਮਨ ਦੇ ਵਿੱਚ। ਸੋ ਉਹ ਹਾਂਜੀ, ਇਹ ਅਸੀਂ ਚੀਜ਼ ਭੁੱਲ ਨਹੀਂ ਸਕਦੇ। ਔਰ ਉਹਦੇ ਨਾਲ ਜਿਹੜਾ ਬਾਦਲ ਜਿਹੜਾ ਸੀ 1971 ਤੋਂ 72 ਤੋਂ ਤੁਸੀਂ ਦੇਖਦੇ ਹੋ ਪੁਰਾਣਾ, ਉਹ ਉਦੋਂ ਤੋਂ ਹੀ ਸਿੱਖਾਂ ਦੇ ਖਿਲਾਫ ਜਿਹੜਾ ਸੀਗਾ ਉਹ ਖੜਾ ਹੋਇਆ ਦਾ ਸੀਗਾ। ਬਾਦਲ ਦੀਆਂ ਯਾਰੀਆਂ ਜਿਹੜੀਆਂ RSS ਨਾਲ ਭਾਜਪਾ ਨਾਲ ਪੁਰਾਣੀਆਂ ਨੇ, ਇਸੇ ਕਰਕੇ ਐਮਰਜੈਂਸੀ ਦੇ ਦੌਰ ਦੇ ਵਿੱਚ ਜੋ ਮੋਦੀ ਦੌੜਦਾ ਹੈ ਗੁਜਰਾਤ ਚੋਂ, ਤੇ ਉਹ ਆ ਕੇ ਬਾਦਲਾਂ ਦੇ ਘਰ ਚ ਪਨਾਹ ਲੈਂਦਾ। ਆ ਬੜਾ ਚੰਗਾ ਪੁਆਇੰਟ, ਤੁਸੀਂ ਬਹੁਤ ਹੀ ਇੰਪੋਰਟੈਂਟ ਪੁਆਇੰਟ ਉਠਾਇਆ। ਇਸ ਨੂੰ ਆਪਾਂ ਹੋਰ ਅੱਗੇ ਇਲੈਬੋਰੇਟ ਕਰਾਂਗੇ, ਬਟ ਠੀਕ ਆ, ਤੁਸੀਂ ਵੀ ਇਹ ਚਾਹੁੰਦੇ ਹੋ ਕਿ ਜੋ 47 ਤੋਂ ਹੋਇਆ ਉਸ ਦਾ ਜਿਹੜਾ ਰਿਜ਼ਲਟ ਸੀ ਉਹ 31 ਚ ਹੋਇਆ। ਸੋ ਮੈਂ ਸੇਮ ਵਿਊਜ਼ ਜਿਹੜੇ ਨੇ ਲੈਣਾ ਚਾਹਾਂਗਾ ਬਾਠ ਸਾਹਿਬ ਦੇ। ਬਾਠ ਭਾਜੀ, ਤੁਸੀਂ ਕੀ ਕਹਿਣਾ ਚਾਹੋਗੇ? ਗਰੇਵਾਲ ਸਾਹਿਬ, ਪਹਿਲਾਂ ਤੁਹਾਨੂੰ ਤੇ ਨਾਲ ਚੱਠਾ ਸਾਹਿਬ ਤੇ ਫਲੋਰਾ ਸਾਹਿਬ ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੇਮ ਉਸੇ ਸਤਿਕਾਰ ਸਹਿਤ ਜਿੰਨੇ ਵੀ ਆਪਣੇ ਵਿਊਅਰਸ ਜਾਂ ਲਿਸਨਰਸ ਨੇ ਜੀ ਇਸ ਟਾਈਮ ਸੁਣ ਰਹੇ ਜਾਂ ਦੇਖ ਰਹੇ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਉਮੀਦ ਕਰਦਾ ਹੈ ਕਿ ਵਾਹਿਗੁਰੂ ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ। ਸੋ ਜ਼ਿਆਦਾਤਰ ਤਾਂ ਦੋਨੋਂ ਵੀਰਾਂ ਨੇ ਇਸ ਜਿਹੜਾ ਕਤਲ ਹੁੰਦਾ 31 ਅਕਤੂਬਰ 1984 ਇੰਦਰਾ ਗਾਂਧੀ ਦਾ, ਪ੍ਰਾਈਮ ਮਿਨਿਸਟਰ ਆਫ ਇੰਡੀਆ ਦਾ, ਉਹਦੇ ਬਾਰੇ ਇਹਨਾਂ ਨੇ ਆਪਣੇ ਵਿਚਾਰ ਦੇ ਜ਼ਿਆਦਾਤਰ ਦੇ ਦਿੱਤੇ ਨੇ। ਲੇਕਿਨ ਮੈਂ ਸਮਝਦਾ ਜੇ ਇੱਕ ਨੈਟਸ਼ੈਲ ਦੇ ਵਿੱਚ ਗੱਲ ਕਰਨੀ ਚਾਹਾਂ ਕਿ ਅਗਰ ਸਰੀਰ ਦੇ ਵਿੱਚ ਜਿਹੜਾ ਕੈਂਸਰ ਹੈ ਜੀ ਫਾਈਨਲ ਸਟੇਜ ਤੇ ਪਹੁੰਚਦਾ, ਤਾਂ ਕਿਤੇ ਨਾ ਕਿਤੇ ਉਹਦਾ ਇੱਕ ਮੁੱਢ ਹੁੰਦਾ। ਉਹ ਚਾਹੇ ਇੱਕ ਛੋਟਾ ਜ਼ਖਮ ਹੋਵੇ, ਚਾਹੇ ਇੱਕ ਅੰਦਰ ਫੋੜਾ ਹੋਵੇ, ਉਹਦੇ ਨਾਲ ਨਾਲ ਸਮੇਂ-ਸਮੇਂ ਤੇ ਸਾਡੀ ਅਣਗਹਿਲੀ ਹੁੰਦੀ ਹੈ ਆਪਣੀ ਸਿਹਤ ਪ੍ਰਤੀ। ਸੋ ਉਵੇਂ ਹੀ ਸਿੱਖਾਂ ਦੇ ਨਾਲ ਵੀ ਜਿਹੜੀ ਹੈ ਰਾਈਟ ਫਰਮ ਦ ਬਿਗਨਿੰਗ, ਕਿਉਂਕਿ ਸਿੱਖ ਇੱਕ ਵਿਲੱਖਣ ਕੌਮ ਹੈ, ਅਲੱਗ ਸਪਿਰਿਟ ਵਾਲੀ ਕੌਮ ਹੈ। ਮੈਂ ਸਮਝਦਾ ਕਿ ਇਹ ਨਾ ਕਦੀ ਜਿਹੜੀ ਦਿੱਲੀ ਤੇ ਤਖਤ ਤੇ ਵਿਰਾਜਮਾਨ ਰਹੀ ਹੈ ਸਰਕਾਰ, ਉਹਨੂੰ ਇਹ ਭਾਈ ਹੈ, ਤੇ ਨਾ ਹੀ ਆਉਣ ਵਾਲੇ ਸਮੇਂ ਚ। ਸੋ
ਸਮੇਂ ਦੇ ਉੱਤੇ ਅਲੱਗ-ਅਲੱਗ ਜਿਹੜੇ ਵਾਕਿਆ ਹੁੰਦੇ ਨੇ ਸਿੱਖਾਂ ਦੇ ਨਾਲ, ਉਹ ਇਸ ਚੀਜ਼ ਨੂੰ ਦਰਸਾਉਂਦੇ ਨੇ ਕਿ ਇਹ ਵਾਕਿਆ ਜਿਹੜਾ ਹੋਣਾ ਹੀ ਸੀਗਾ, ਕਿਉਂਕਿ ਜਿਸ ਕਿਸੇ ਨੇ ਵੀ ਸਾਡੇ ਹਰਿਮੰਦਰ ਸਾਹਿਬ ਪਵਿੱਤਰ ਸਥਾਨ ਦੇ ਉੱਤੇ ਹਮਲਾ ਕੀਤਾ, ਉਹਦੀ ਬੇਦਬੀ ਕੀਤੀ ਹੈ, ਤੇ ਇਤਿਹਾਸ ਗਵਾਹ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਉਹਨੂੰ ਸਿੱਖਾਂ ਨੇ ਸੋਧਿਆ ਉਹਦਾ ਜਿਹੜਾ ਸੋ ਇਹ ਤੈਅ ਹੋ ਗਿਆ ਸੀ ਜਿਸ ਦਿਨ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਫੌਜ ਭੇਜੀ ਜਾਂਦੀ ਆ, ਸਾਕਾ ਨੀਲਾ ਤਾਰਾ ਹੋ ਰਿਹਾ ਹੁੰਦਾ, ਇਹ ਉਸੇ ਦਿਨ ਤੈਅ ਸੀਗਾ ਕਿ ਇੰਦਰਾ ਗਾਂਧੀ ਦਾ ਜਾਣਾ ਵੀ ਇਸ ਦੁਨੀਆ ਤੋਂ ਤੈਅ ਸੀ। ਉਸ ਨਾਲ ਜੋ ਹੋਇਆ ਉਹ ਉਸੇ ਦਿਨ ਤੈਅ ਹੋ ਗਿਆ ਸੀ। ਤੇ ਔਰ ਇਸ ਗੱਲ ਦਾ ਗਰੇਵਾਲ ਸਾਹਿਬ, ਇੰਦਰਾ ਗਾਂਧੀ ਨੂੰ ਵੀ ਪਤਾ ਸੀ, ਉਹਨੇ ਕਹਿ ਵੀ ਦਿੱਤਾ ਸੀ ਕਿ ਸਿੱਖਾਂ ਨੇ ਮੈਨੂੰ ਮਾਰਨਾ ਹੀ ਮਾਰਨਾ। ਔਰ ਲੇਕਿਨ ਜਿਹੜੀ ਕੁਦਰਤ ਹੁੰਦੀ ਹੈ ਜੀ, ਕੁਦਰਤ ਹਰੇਕ ਹੀਲਾ ਵਸੀਲਾ ਬਣਾਉਂਦੀ ਹੁੰਦੀ ਹੈ ਕਿਸੇ ਜੋ ਕੁਝ ਵੀ ਹੋਣਾ ਹੁੰਦਾ। ਸੋ ਇਸ ਤੇ ਉਹਨੂੰ ਵੀ ਪਤਾ ਸੀ, ਲੋਕਾਂ ਨੂੰ ਵੀ ਪਤਾ ਸੀ, ਤੁਹਾਨੂੰ ਵੀ ਪਤਾ ਸੀ, ਮੈਨੂੰ ਵੀ ਪਤਾ ਸੀ, ਹਰ ਲਿਸਨਰ ਨੂੰ। ਅਗਰ ਉਦੋਂ ਉਹ ਉਸ ਉਮਰ ਦੇ ਵਿੱਚ ਸੀਗਾ ਕਿ ਹਰੇਕ ਸੋਝੀ ਰੱਖਦਾ ਸੀ, ਉਹਨੂੰ ਪਤਾ ਸੀ ਕਿ ਕੁਛ ਨਾ ਕੁਛ ਹੋਏਗਾ, ਜ਼ਰੂਰ ਹੋਏਗਾ। ਬਿਲਕੁਲ। 31 ਅਕਤੂਬਰ ਤੋਂ ਪਹਿਲਾਂ 29 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਪੋਤਾ ਪੋਤੀ ਸਨ ਰਾਹੁਲ ਤੇ ਪ੍ਰਿਯੰਕਾ, ਉਹਨਾਂ ਦੀ ਕਾਰ ਦਾ ਐਕਸੀਡੈਂਟ ਵੀ ਹੁੰਦਾ, ਜਿਸ ਤੋਂ ਇੰਦਰਾ ਗਾਂਧੀ ਬਹੁਤ ਚਿੰਤਤ ਸੀ। ਉਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਚੱਠਾ ਸਾਹਿਬ, ਤੁਸੀਂ? ਚੱਠਾ ਸਾਹਿਬ? ਹਾਂਜੀ, ਮੈਂ ਉਹਦੇ ਬਾਰੇ ਜੀ ਉਹ ਚਿੰਤਤ ਸੀ, ਕਿਉਂਕਿ ਉਹਨੂੰ ਆਪਣੇ ਜਦੋਂ ਲਾਸਟ ਸਟੇਜ ਦੀਆਂ ਦੇਖਦੇ ਨਾ ਆਪਾਂ, ਵੀ ਉਹ ਇਹੀ ਪਤਾ ਲੱਗਦਾ ਕਿ ਉਹ ਬਹੁਤ ਟੈਂਸ ਸੀ। ਉਹਨੇ ਜਿਹੜੀ ਇੱਕ ਸਾਊਥ ਇੰਡੀਆ ਦੇ ਵਿੱਚ ਇੱਕ ਰੈਲੀ ਵੀ ਕੀਤੀ ਸੀ, ਉਹਦੇ ਵਿੱਚ ਵੀ ਸੰਕੇਤ ਦਿੱਤੇ ਸੀ, ਤੇ ਉਹਨੂੰ ਕਿਤੇ ਨਾ ਕਿਤੇ ਹੋ ਗਿਆ ਸੀ ਕਿ ਮੇਰਾ ਜਿਹੜਾ ਇਹ ਭਾਣਾ ਵਰਤਣ ਵਾਲਾ ਆ, ਵੀ ਮੇਰਾ ਕਤਲ ਹੋ ਸਕਦਾ। ਉਹਨੂੰ ਬਹੁਤ ਚਿੰਤਤ ਸੀਗੀ ਉਹ। ਹਾਂ, ਉਹਨੂੰ ਮੇਰਾ ਖਿਆਲ ਹੈ ਮੈਂ ਇਸ ਚੀਜ਼ ਬਾਰੇ ਜ਼ਿਆਦਾ ਹੋਰ ਖੁਲਾਸਾ ਕਰ ਸਕਦਾ। ਇੰਦਰਾ ਗਾਂਧੀ ਦੇ ਕਤਲ ਤੋਂ ਇਹ 4 ਦਿਨ ਪਹਿਲਾਂ ਉਹਨੇ ਇੱਕ ਟੀਵੀ ਚੈਨਲ ਦੇ ਨਾਲ ਵੀ ਬੜੀ ਪੁਖਤਾ ਜਿਹੜੀ ਸੀ ਉਹਨੇ ਸਾਂਝੀ ਕੀਤੀ ਸੀ ਆਪਣੀ ਇੰਟਰਵਿਊ। ਉਹ ਇੰਟਰਵਿਊ ਦੇ ਵਿੱਚ ਬੜੀ ਕਲੀਅਰਲੀ ਉਹਨੂੰ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਕਿ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਜੋ ਵੀ ਸਿੱਖਾਂ ਦੇ ਨਾਲ ਹੋਇਆ, ਖਾਸ ਕਰਕੇ ਦਰਬਾਰ ਸਾਹਿਬ ਤੇ ਜੋ ਵੀ ਅਟੈਕ ਹੋਇਆ, ਕੀ ਤੁਹਾਨੂੰ ਲੱਗਦਾ ਕਿ ਸਿੱਖ ਇੰਨੀ ਕੁ ਜ਼ੁਰਤ ਰੱਖਦੇ ਨੇ ਕਿ ਉਹ ਤੁਹਾਡੇ ਵਾਸਤੇ ਖਤਰਾ ਖੜਾ ਕਰ ਸਕਦੇ ਨੇ? ਉਹਨੇ ਬੜੇ ਸਾਫ਼ ਸ਼ਬਦਾਂ ਕਿਹਾ ਸੀ ਕਿ ਮੈਨੂੰ ਇਹ ਗੱਲ ਕਹਿਣ ਤੋਂ ਕਹਿੰਦੀ ਕੋਈ ਸੰਕੋਚ ਨਹੀਂ ਹੈ, ਮੈਨੂੰ ਕਹਿੰਦੀ ਮਹਿਸੂਸ ਹੁੰਦਾ ਕਿ ਮੇਰੇ ਨਾਲ ਕਿਸੇ ਵੀ ਘੜੀ, ਉਹਨੇ ਬੜਾ ਸਪਸ਼ਟ, ਕਿਸੇ ਵੀ ਘੜੀ ਜਿਹੜਾ ਆ ਮੇਰੇ ਉੱਤੇ ਹਮਲਾ ਹੋ ਸਕਦਾ ਹੈ, ਤੇ ਵੀ ਮੈਂ ਕਹਿੰਦੀ ਵੀ ਇਸ ਵਾਸਤੇ ਤਿਆਰ ਹਾਂ, ਤੇ ਮੈਨੂੰ ਪਤਾ ਕਿ ਜੋ ਹੋਇਆ ਤੇ ਉਹਦੇ ਵਾਸਤੇ ਜਿਹੜੇ ਰਿਜ਼ਲਟ ਨੇ ਉਹ ਮੇਰੇ ਆਪਣਾ ਫੇਵਰ ਦੇ ਵਿੱਚ ਨਹੀਂ ਜਾ ਰਹੇ। ਉਸਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਸੀਗਾ। ਠੀਕ ਹੈ, ਪੂਰੇ 4 ਦਿਨ ਪਹਿਲਾਂ ਉਹ ਇੰਟਰਵਿਊ ਹੋਈ ਸੀ ਉਹਦੀ। ਠੀਕ ਹੈ ਫਲੋਰਾ ਸਾਹਿਬ, ਉਹ ਇੰਟਰਵਿਊ ਕਿਤੇ ਅਵੇਲੇਬਲ ਹੈਗੀ ਆ ਆਨਲਾਈਨ? ਹਾਂਜੀ ਬਿਲਕੁਲ, ਆਨਲਾਈਨ ਆਪਾਂ ਸਰਚ ਮਾਰਾਂਗੇ ਨਾ, ਤੇ ਮੇਰੇ ਖਿਆਲ ਜਾਂ ਕੋਈ BBC ਜਾਂ ਕੋਈ ਕਿਸੇ ਬੜੇ ਹਾਈ ਲੈਵਲ ਦੀ ਪੱਤਰਕਾਰ ਲੇਡੀ ਸੀ, ਔਰ ਉਹਨੇ ਵਿੱਚ ਹਿੰਦੀ ਤੇ ਇੰਗਲਿਸ਼ ਦੋਨਾਂ 'ਚ ਪੱਤਰਕਾਰ, ਮੈਂ ਮੇਰੇ ਖਿਆਲ 1-2 ਵਾਰੀ ਸ਼ੇਅਰ ਵੀ ਕੀਤੀ ਆਪਣੀ ਫੇਸਬੁੱਕ ਤੇ, ਉਹ ਵੀ ਲੱਭ ਕੇ ਆਪਾਂ ਕਿਤੇ ਨਾ ਕਿਤੇ ਲੱਭਣ ਦੀ, ਉਹਨੂੰ ਸੇਵ ਕਰਕੇ ਰੱਖ ਕੇ ਤੇ ਅੱਗੋਂ ਜਿਹੜੀ ਹੈ ਜਾਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਅਵੇਲੇਬਲ ਹੈ, ਔਨ ਦਾ ਰੈਕਡ ਹੈ ਜੀ ਉਹ। ਇਸੇ ਚੀਜ਼ ਨਾਲ ਜੁੜਦਾ ਸਵਾਲ ਇਹ ਸੀਗਾ ਕਿ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਜਾਂ ਸਿੱਖਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਆਪਰੇਸ਼ਨ ਸ਼ਾਂਤੀ ਨਾਮ ਦਾ ਇੱਕ ਆਪਰੇਸ਼ਨ ਵੀ ਵਿੱਢਿਆ ਹੋਇਆ ਸੀਗਾ, ਜਿਹਦੀ ਉਹ ਤਿਆਰੀਆਂ ਕਰ ਰਹੀ ਸੀ ਕਿ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ, ਮਾਸ ਲੈਵਲ ਦੇ ਉੱਤੇ ਸਿੱਖਾਂ ਦੀਆਂ ਕਿਲਿੰਗਸ ਕੀਤੀਆਂ ਜਾਣ। ਇਹ ਬਿਲਕੁਲ ਕੋਈ ਸ਼ੱਕ ਨਹੀਂ, ਕਿਉਂਕਿ ਇਸ ਕਿਸਮ ਦੇ ਜਿਹੜੇ ਆਪਰੇਸ਼ਨ ਸੀ ਉਹਨਾਂ ਦੀ ਤਿਆਰੀ ਜਿਹੜੀ ਸੀਗੀ, ਇਹ ਆਪਣਾ ਬਲੂ ਸਟਾਰ ਤੋਂ ਪਹਿਲਾਂ ਹੀ, ਇਹ ਜਦੋਂ ਇਕੱਠੇ ਇਹਨਾਂ ਨੇ ਪ੍ਰੈਕਟਿਸਾਂ ਕੀਤੀਆਂ ਨੇ ਯੂਪੀ ਵਿੱਚ, ਦਰਬਾਰ ਸਾਹਿਬ ਦਾ ਮਾਡਲ ਬਣਾ ਕੀਤਾ, ਉਸ ਵੇਲੇ ਇਹਨਾਂ ਦੇ ਨੀਤੀ ਘਾੜੇ। ਔਰ ਕਮਾਲ ਦੀ ਗੱਲ ਹੈ ਕਿ ਇੰਦਰਾ ਗਾਂਧੀ ਪਹਿਲੀ ਪ੍ਰਧਾਨ ਮੰਤਰੀ ਭਾਰਤ ਵਿੱਚ ਹੋਈ ਹੈ ਜਿਹਨੇ ਇਸ ਏਜੰਸੀ ਨੂੰ ਰੂਪ ਦਿੱਤਾ, ਜਿਹਦਾ ਨਾਮ ਰਾ ਰੱਖਿਆ ਗਿਆ, ਔਰ ਉਹਨੂੰ ਇਹਨੇ ਪਰਸਨਲ ਆਫਿਸ ਦੇ ਨਾਲ ਆਪਣਾ ਦਫ਼ਤਰ ਬਣਾ ਕੇ, ਤਾਂ ਕਿ ਸਿੱਧੀ ਰਿਪੋਰਟਿੰਗ ਜਿਹੜੀ ਉਹਨੂੰ ਕੀਤੀ ਜਾਵੇ, ਉਹਨੇ ਖੜੀ ਕੀਤੀ। ਔਰ ਰਾ ਜਿਹੜੀ ਸੀ ਉਹਦੇ ਵਿੱਚ ਪ੍ਰੈਕਟੀਕਲੀ ਦੂਜੇ ਮੁਲਕਾਂ ਤੋਂ, ਜਿਵੇਂ ਇਜ਼ਰਾਈਲ ਹੋ ਗਿਆ, ਇੰਗਲੈਂਡ ਹੋ ਗਿਆ, ਰਸ਼ੀਆ ਹੋ ਗਿਆ ਜਾਂ ਅਮਰੀਕਾ ਹੋ ਗਿਆ, ਇਹਨਾਂ ਦੇ ਟੈਕਟਿਕਸ ਲੈ ਕੇ ਕਿ ਅਸੀਂ ਅਪਰਾਈਜ਼ਿੰਗ ਨੂੰ ਜੇ ਦੱਬਣਾ ਹੋਵੇ ਤੇ ਉਹਨੂੰ ਕਿੱਦਾਂ, ਉਹ ਸਾਰੀ ਟ੍ਰੇਨਿੰਗ ਦੇ ਤਹਿਤ ਜਿਹੜਾ ਉੱਥੋਂ ਉਹ ਇੱਕ ਚੀਜ਼ ਜਿਹੜੀ ਸੀ ਪਿਨ ਪੁਆਇੰਟ ਕੀਤੀ ਗਈ ਹੈ। ਔਰ ਇਹ ਸਾਰੇ ਔਨ ਦਾ ਰੈਕਡ ਨੇ, ਜਿੰਨੇ ਵੀ ਬੰਦੇ ਜਿਹੜੇ ਨੇ ਰਿਟਾਇਰ ਹੋ ਕੇ ਆਉਂਦੇ ਉਹ ਬੁੱਕਸ ਲਿਖਦੇ, ਕਿਤਾਬਾਂ ਜਿਹਨਾਂ ਬੜਾ ਖੁੱਲ ਕੇ ਲਿਖੀਆਂ ਚੀਜ਼ਾਂ ਕਿ ਅਸੀਂ ਇਹ ਪੂਰਾ ਪਲਾਨਿੰਗ, ਔਰ ਉਹਦਾ ਮਕਸਦ ਕੀ ਸੀਗਾ ਅਸਲ ਦੇ ਵਿੱਚ, ਇਹ ਸਾਰੀ ਕਹਾਣੀ ਕੀ ਸੀ ਇਹਦੇ ਮਗਰ, ਉਹਦੇ ਨਾਲ ਨਾਲ ਆਪਾਂ ਖੁਲਾਸੇ ਕਰਦੇ ਜਾਵਾਂਗੇ। ਠੀਕ ਹੈ ਜੀ। ਚੱਠਾ ਸਾਹਿਬ, ਤੁਸੀਂ
ਸੇਮ ਸਵਾਲ ਦੇ ਉੱਤੇ ਕੀ ਕਹਿਣਾ ਚਾਹੋਗੇ? ਹਾਂਜੀ, ਸਵਾਲ ਦੁਹਰਾਇਓ ਮਾੜਾ ਜਿਹਾ। ਬੇਸਿਕਲੀ ਸੀ ਕਿ ਇੰਦਰਾ ਗਾਂਧੀ ਬੜੀ ਚਿੰਤਤ ਸੀਗੀ, ਹਾਂਜੀ, ਉਹਨਾਂ ਦੇ ਪੋਤਾ ਪੋਤੀ ਦਾ ਐਕਸੀਡੈਂਟ ਵੀ ਹੁੰਦਾ, ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਆਪਰੇਸ਼ਨ ਸ਼ਾਂਤੀ ਦੀ ਤਿਆਰੀ ਕੀਤੀ ਜਾ ਰਹੀ ਸੀਗੀ। ਇੰਦਰਾ ਗਾਂਧੀ ਇੱਕ ਆਪਰੇਸ਼ਨ ਸ਼ਾਂਤੀ ਕਰ ਰਹੀ ਸੀ, ਜਿਸ ਦਾ ਮਕਸਦ ਸੀ ਕਿ ਸਿੱਖਾਂ ਨੂੰ ਵੱਡੇ ਪੱਧਰ ਦੇ ਉੱਤੇ ਉਜਾੜ ਦਿੱਤਾ ਜਾਵੇ, ਮਾਰਿਆ ਜਾਵੇ, ਇੰਨਾ ਕੁ ਮਾਰ ਦਿੱਤਾ ਜਾਵੇ ਕਿ ਉਹਨਾਂ ਨੂੰ ਡੀਮੋਰਲਾਈਜ਼ ਕਰਕੇ ਉਹ ਆਪਣੇ ਆਪ ਹੀ ਸਰੈਂਡਰ ਕਰ ਦੇਣ। ਹਾਂਜੀ, ਪਹਿਲਾਂ ਮੈਂ ਨਾ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਜਿਹੜੀ ਮੇਰੀ ਦਿਮਾਗ 'ਚ ਘੁੰਮ ਰਹੀ ਆ। ਉਹ ਇਹ ਆ ਕਿ ਜਦੋਂ ਇਹਨਾਂ ਦੀ ਦੁਸ਼ਮਣੀ ਦੀ ਪੁਰਾਣੀ ਦੀ ਗੱਲ ਉਹ ਐਡ ਕਰਕੇ ਆਪਾਂ ਫੇਰ ਕਰਦੇ ਆ। ਇਹਨਾਂ ਦੀ ਦੁਸ਼ਮਣੀ ਨਹਿਰੂ ਖਾਨਦਾਨ ਦੀ ਕਿੰਨੀ ਕੁ ਸੀ ਸਿੱਖਾਂ ਨਾਲ, ਇਹ ਮਹਿੰਦਰ ਸਿੰਘ ਰੰਧਾਵਾ ਆਪਾਂ ਸਾਰੇ ਜਾਣਦੇ ਆ। ਉਹ ਕਲੀਨ ਸ਼ੇਵਨ ਸੀ, ਤੇ ਉਹ ਨਹਿਰੂ ਨੂੰ ਪਤਾ ਨਹੀਂ ਸੀ ਵੀ ਸਿੱਖ ਆ। ਤੇ ਉਹ ਜਦੋਂ ਇਹ ਦਿੱਲੀ ਆਪਣੇ ਉਹ ਸੀਗੇ ਕਮਿਸ਼ਨਰ ਲੱਗੇ, DC ਜਿਹਨੂੰ ਲੱਗੇ ਡਿਪਟੀ ਕਮਿਸ਼ਨਰ, ਤੇ ਜਦੋਂ ਉਹਨੇ ਕਿਹਾ ਵੀ ਆਪਣੇ ਸਿੱਖਾਂ ਨੇ, ਮਹਿੰਦਰ ਸਿੰਘ ਰੰਧਾਵਾ ਨੇ ਨਹਿਰੂ ਨੂੰ ਕਿਹਾ ਵੀ ਆਪਾਂ ਸਿੱਖਾਂ ਦਾ ਕੁਛ ਕਰਨਾ ਹੈ, ਵੀ ਇਹਨੂੰ ਦਿੱਲੀ ਦੇ ਨੇੜੇ ਜਿਹੜੇ ਵਸਾ ਦਈਏ, ਜਾਂ ਵੀ ਉਹ ਕਹਿੰਦਾ ਕਿ इन हरामजादों को दिल्ली से 200 मील पीछे रखना। ਇਹ ਗੱਲ ਮਹਿੰਦਰ ਸਿੰਘ ਰੰਧਾਵਾ ਦੀ ਬਾਇਓਗ੍ਰਾਫੀ ਦੇ ਵਿੱਚ ਲਿਖੀ ਹੋਈ ਆ। ਨਫ਼ਰਤ ਸਪਸ਼ਟ ਨਜ਼ਰ ਆ ਰਹੀ ਸੀ। ਹਾਂ, ਤੇ ਇੰਦਰਾ ਗਾਂਧੀ ਦੇ ਵਿੱਚ ਵੀ ਉਹ ਨਫ਼ਰਤ ਚੱਲ ਰਹੀ ਸੀ। ਉਹ ਨਫ਼ਰਤ ਜਿਹੜੀ ਪਰਿਵਾਰ ਵਜੋਂ ਕੈਰੀ ਹੋ ਕੇ ਆ ਰਹੀ ਸੀ ਅੱਗੇ ਨੂੰ। ਤੇ ਇਹਦੇ ਪਿੱਛੇ ਇੱਕ ਹੋਰ ਰੀਜ਼ਨ ਵੀ ਆ, ਉਹ ਡਿਸਕਸ ਆਪਾਂ ਕਿਸੇ ਹੋਰ ਦਿਨ ਕਰਾਂਗੇ। ਮੇਰੇ ਕੋਲ 2 ਕਿਤਾਬਾਂ ਪਈਆਂ ਆ। ਤੇ ਜਿਹੜਾ ਉਹ ਆਪਰੇਸ਼ਨ ਸ਼ਾਂਤੀ ਹੈ, ਬਿਲਕੁਲ ਫਲੋਰਾ ਸਾਹਿਬ ਦੀ ਗੱਲ ਬਿਲਕੁਲ ਸਹੀ ਆ, ਉਹ ਪਹਿਲਾਂ ਹੀ ਲੀਕਿਆ ਹੋਇਆ ਸੀਗਾ। ਤੇ ਮੈਨੂੰ ਚੰਗੀ ਤਰ੍ਹਾਂ ਚੇਤਾ, ਉਦੋਂ ਮੈਂ 36 ਸਾਲ ਪਹਿਲਾਂ, ਮੇਰੇ ਖਿਆਲ ਮੈਂ ਪਾਰਟ 1 'ਚ ਸੀਗਾ। ਤੇ ਜਿਹੜੀਆਂ ਨਾ ਰੋਜ਼ ਨਿਊਜ਼ ਆਉਂਦੀਆਂ ਸੀ, ਫੌਜਾਂ ਜਾ ਰਹੀਆਂ ਵੀ ਅੱਜ ਸਾਡੇ ਤੇ ਪਾਕਿਸਤਾਨ ਨੇ ਇਹ ਅਟੈਕ ਕਰਤਾ, ਇਹ ਕਰਤਾ, ਏਦਾਂ ਕਰਤਾ, ਫੌਜਾਂ ਸਟੈਪ ਬਾਈ ਸਟੈਪ ਗਾਂ ਨੂੰ ਮੂਵ ਹੋ ਰਹੀਆਂ ਸੀ। ਤੇ ਜਿੱਦਣ ਇੰਦਰਾ ਗਾਂਧੀ ਦਾ ਕਤਲ ਹੋਇਆ, ਤੇ ਉਦਣ ਬਿਲਕੁਲ ਇੱਕਦਮ ਫੌਜਾਂ ਪਿੱਛੇ ਚਲੇ ਗਈਆਂ। ਤੇ ਆਪਣੇ ਸੁਖਦੇਵ ਸਿੰਘ ਜੀ ਨੇ ਕੱਲ ਪਰਸੋਂ ਲਿਖਿਆ ਵੀ ਜਿਹੜੇ ਚੰਡੀਗੜ੍ਹ ਦੇ ਨਾ ਜਿੰਨੇ ਵੀ ਆਪਣੇ ਅਲੀਟ ਸੀ ਵਰਗ, ਜਿੱਦਾਂ ਵੱਡੇ ਵੱਡੇ ਅਫਸਰ ਸੀ, ਇਹ ਸਾਰਿਆਂ ਦੇ ਵਿੱਚ ਇਹ ਗੱਲ ਆਮ ਚੱਲ ਪਈ ਸੀ ਵੀ ਇੰਦਰਾ ਗਾਂਧੀ ਸਿੱਖਾਂ ਦਾ ਵੱਡੇ ਪੱਧਰ ਤੇ ਕਤਲ ਕਰਨ ਜਾ ਰਹੀ ਆ। ਤੇ ਡਾਕਟਰ ਸੰਗਤ ਸਿੰਘ ਨੇ ਆਪਣੀ ਕਿਤਾਬ ਲਿਖੀ ਆ ਅੱਜ ਤੋਂ ਉਹ ਜੀ 1992-91 ਚ ਮੇਰੇ ਖਿਆਲ ਲਿਖ ਦਿੱਤੀ ਸੀ, ਜਾਂ ਬਾਅਦ ਵਿੱਚ ਲਿਖੀ ਆ। ਤੇ ਉਹਨਾਂ ਨੇ ਕਲੀਅਰਲੀ ਲਿਖ ਦਿੱਤਾ ਸੀ ਆਪਰੇਸ਼ਨ ਸ਼ਾਂਤੀ ਹੋ ਰਿਹਾ ਸੀ, ਉਹਨਾਂ ਨੇ ਸਾਰੀ ਪਲੈਨਿੰਗ ਦਿੱਤੀ, ਉਹਨਾਂ ਨਾਲ ਸਾਰੇ ਹਵਾਲੇ ਦਿੱਤੇ। ਫਿਰ ਉਹਨਾਂ ਨਾਲ ਇਹ ਵੀ ਲਿਖਿਆ ਕਿ ਵੀ ਆਹ ਇੱਥੇ ਤੁਸੀਂ ਜੇ ਮੈਂ ਕਿਤਾਬ 'ਚ ਤੱਥ ਗਲਤ ਦਿੱਤੀ ਹੈ ਤੇ ਤੁਸੀਂ ਕਿਤੇ ਵੀ ਮੇਰੇ ਤੇ ਕੇਸ ਕਰ ਸਕਦੇ ਇਸ ਅਦਾਲਤ ਦੇ ਵਿੱਚ। ਤੇ ਹੈਰਾਨੀ ਦੀ ਗੱਲ ਹੈ ਵੀ ਕਿਸੇ ਕਾਂਗਰਸੀ ਜਾਂ ਕਿਸੇ ਵੱਡੇ ਹਾਈ ਕਮਾਂਡ ਦੇ ਲੀਡਰ ਨੇ ਕਦੀ ਵੀ ਨਹੀਂ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਕਿ ਆਪਰੇਸ਼ਨ ਸ਼ਾਂਤੀ ਨਹੀਂ ਸੀ ਹੋ ਰਿਹਾ। ਬਿਲਕੁਲ ਠੀਕ ਹੈ ਜੀ, ਥੈਂਕ ਯੂ। ਬਾਠ ਸਾਹਿਬ ਤੁਹਾਡਾ ਵਿਚਾਰ? ਸਰ ਮੈਂ ਤਾਂ ਅੱਗੇ ਤੁਰਨਾ ਚਾਹੁੰਦਾ, ਵਿਚਾਰ ਦੋਨਾਂ ਭਰਾਵਾਂ ਨੇ ਬਹੁਤ ਸੋਹਣੇ ਦੇ ਦਿੱਤੇ, ਵਿਊਜ਼ ਨੇ ਸੁਣ ਲਏ ਨੇ। ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਇੰਟੈਲੀਜੈਂਸ ਏਜੰਸੀਜ਼ ਪਲਾਨ ਕਰਦੀਆਂ ਨੇ, ਉਹ ਇੱਕ ਪੂਰਾ ਫੁੱਲ ਪਲਾਨ ਹੁੰਦਾ ਔਰ ਪੜਾਅ ਦੇ ਵਿੱਚ ਕੀਤਾ ਜਾਂਦਾ ਹੁੰਦਾ। ਸੋ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਗੱਲ ਠਾਣ ਹੀ ਲਈ ਹੈ ਕਿ ਇੱਕ ਕੌਮ ਨੂੰ ਅਸੀਂ ਹਰ ਪਾਸਿਓਂ ਉਜਾੜਨਾ, ਉਹਨਾਂ ਨੂੰ ਆਪਣੇ ਅਧੀਨ ਗੁਲਾਮ ਬਣਾਉਣਾ, ਮਾਨਸਿਕ ਤੌਰ ਦੇ ਉੱਤੇ ਉਹਨਾਂ ਨੂੰ ਹਰਾਉਣਾ, ਤਾਂ ਫਿਰ ਹਰ ਹੀਲਾ ਅਪਣਾਇਆ ਜਾਂਦਾ। ਉਹ ਉਹਨਾਂ ਦੇ ਵੱਸ ਚੱਲਿਆ ਕਿ ਨਹੀਂ ਚੱਲਿਆ, ਕੁਦਰਤ ਵੱਲੋਂ ਜਾਂ ਵੈਸੇ ਵਕਤ ਨੇ ਨਹੀਂ ਦਿੱਤਾ, ਉਹ ਗੱਲ ਦੂਜੀ ਹੈ। ਜਿਹੜੀ ਗੱਲ ਹੁਣ ਆਪਾਂ 31 ਅਕਤੂਬਰ ਤੇ ਮੈਂ ਜਾਣਾ ਚਾਹੁੰਦਾ ਵੀ ਦੇਖੋ ਉੱਥੇ ਅੱਜ ਵੀ ਮੈਂ ਸੁਣ ਰਿਹਾ ਸੀਗਾ ਕਿਸੇ ਦੀ ਪੁਰਾਣੀ 84 ਦੀ ਰਿਕਾਰਡਿੰਗ ਸੁਣ ਰਿਹਾ ਸੀਗਾ, ਉੱਥੇ ਕਹਿੰਦੇ ਜੀ ਵੀ 6 ਬਾਡੀਗਾਰਡ ਵੱਲੋਂ ਇਹ ਕਤਲ ਕੀਤਾ ਗਿਆ। ਇੰਦਰਾ ਗਾਂਧੀ ਨੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਸ਼ਾਖਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਹਾਲਾਂਕਿ ਮੈਂ ਸਿੱਖਾਂ ਦੇ ਅਟੈਕ ਕੀਤਾ ਗੋਲਡਨ ਟੈਂਪਲ ਦੇ, ਕਿਉਂਕਿ ਉਹ ਟੈਰਰਿਸਟ ਸੀਗੇ, ਪਰ ਦੇਖੋ ਦੂਜੇ ਪਾਸੇ ਸ਼ਾਂਤਮਈ ਇੰਨੇ ਨੇ, ਮੈਂ ਸਿੱਖਾਂ ਨੂੰ ਇੰਨਾ ਪਿਆਰ ਕਰਦੀ ਕਿ ਮੇਰੇ ਆਪਣੇ ਬਾਡੀਗਾਰਡ ਜਿਹੜੇ ਮੇਰੀ ਰਕਸ਼ਕ ਨੇ ਉਹ ਮੇਰੇ ਸਿੱਖ ਨੇ। ਸੋ ਸ਼ੀ ਵਾਜ਼ ਯੂਜ਼ਿੰਗ ਅਸ ਔਨ ਬੋਥ ਸਾਈਡਸ। ਇੱਕ ਪਾਸੇ ਮਿਲੀਟੈਂਟਸ ਨੇ, ਇੱਕ ਪਾਸੇ ਆਪਣੀ ਇਮੇਜ ਦੇ ਲਈ ਉਹਨੇ ਇਹ ਰੱਖੇ ਹੋਏ ਨੇ। ਉਹ ਤੇ ਗੱਲ ਫਿਰ ਦੂਜੀ ਹੈ ਨਾ ਕਿ ਭਾਣਾ ਕੀ ਵਾਪਰਦਾ। ਭਾਜੀ ਇਹ ਤੇ ਅੱਜ ਵੀ ਸਾਡੇ ਤੇ ਵਰਤੀ ਜਾ ਰਹੀ ਸੇਮ ਚੀਜ਼। ਜਦੋਂ ਮੁਲਕ ਦੇ ਕਿਸੇ ਪਾਸੇ ਬਾਰਡਰਾਂ ਤੇ ਕੋਈ ਹਿਲਜੁਲ ਹੁੰਦੀ ਹੈ ਤੇ ਸਿੱਖਾਂ ਨੂੰ ਹੀਰੋ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ। ਜਦੋਂ ਸਿੱਖ ਕੋਈ ਆਪਣੇ ਹੱਕ ਦੀ ਗੱਲ ਕਰਦੇ ਨੇ, ਉਸ ਵੇਲੇ ਉਹਨਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ। ਇਹ ਤੇ ਇੱਕ ਸਟ੍ਰੈਟੇਜੀ ਇਹਨਾਂ ਨੇ ਪੱਕੀ ਫੜ ਲਈ ਹੈ ਨਾ। ਨਹੀਂ, ਉਹੀ ਗੱਲ ਤੁਹਾਡੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫਲੋਰਾ ਸਾਹਿਬ, ਮੈਂ ਇਹਨੂੰ ਸੈਕੰਡ ਕਰਦਾ। ਦੇਖੋ ਪਾਕਿਸਤਾਨ ਹੋਵੇ, ਚਾਈਨਾ ਹੋਵੇ, ਜਦੋਂ ਲੋੜ ਪੈਂਦੀ ਆ ਤਾਂ ਸਿੱਖ ਉੱਥੇ ਜਾ ਕੇ ਲੜਦੇ ਨੇ ਉਸ ਦੇਸ਼ ਦੀ ਰੱਖਿਆ ਲਈ, ਕਿਉਂਕਿ ਜੀ ਦੇ ਆਰ ਗੁੱਡ ਫਾਈਟਰਸ।
ਇਹਦੀ ਮੈਂ ਗੱਲ ਕਰਨੀ ਇੱਕ ਚਾਹੁੰਦਾ ਆਪਣੇ ਵਿਊਜ਼ ਦੇ ਨਾਲ। ਦੂਜੇ ਪਾਸੇ ਜਦੋਂ ਉਹਨਾਂ ਹੀ ਫਾਈਟਰਸ ਦੇ, ਜਾਨੀ ਉਹਨਾਂ ਸੋਲਜਰਸ ਦੇ, ਉਹਨਾਂ ਸਿੱਖਾਂ ਦੇ ਭੈਣ ਭਰਾ ਬਜ਼ੁਰਗ ਬੱਚੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਫਿਰ ਤੁਸੀਂ ਅੱਤਵਾਦੀ ਹੋ ਜਾਂ ਮਿਲੀਟੈਂਟ ਹੋ। ਦੇਖੋ ਮੇਰੀ ਇੱਕ ਗੱਲ ਹੈ, ਇੱਥੇ ਕਦੀ ਸਾਰੇ ਵਿਊਜ਼ ਇਸ ਗੱਲ ਨੂੰ ਸੋਚਣ ਵੀ ਸਿੱਖਾਂ ਨੂੰ ਉੱਥੋਂ ਕਿਉਂ ਲਾਇਆ ਜਾਂਦਾ ਹੈ, ਵੀ ਸਿੱਖਾਂ 'ਚ ਇੱਕ ਸਪਿਰਿਟ ਹੈ ਜੀ। ਉਹ ਭਾਈ ਉਹ ਸਿੱਖ ਫਿਰ ਦੂਜੇ ਤੁਹਾਡੇ ਸੋਲਜਰਸ ਦੇ ਵਿੱਚ ਉਹ ਸਪਿਰਿਟ ਕਿਉਂ ਨਹੀਂ ਆਉਂਦੀ? ਕਿ ਸਿੱਖਾਂ ਨੂੰ ਕੋਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ? ਨੋ, ਸੇਮ ਟ੍ਰੇਨਿੰਗ ਤੁਸੀਂ ਦੂਜੀਆਂ ਕੌਮਾਂ ਦੇ ਜਿਹੜੇ ਤੁਹਾਡੇ ਸੋਲਜਰਸ ਉਹਨਾਂ ਨੂੰ ਦਿੱਤੀ ਜਾਂਦੀ। ਕਿ ਸਿੱਖਾਂ ਦਾ ਕੋਈ ਸੈਪਰੇਟ ਪੇ ਸਕੇਲ ਹੈ ਜੀ? ਨਹੀਂ, ਉਹੀ ਦਿੱਤਾ ਜਾਂਦਾ ਜਿਹੜਾ ਦੂਜਿਆਂ ਨੂੰ ਦਿੱਤਾ ਜਾਂਦਾ। ਫਿਰ ਸਿੱਖ ਕਿਉਂ ਵਿਲੱਖਣ ਨੇ? ਗੱਲ ਤਾਂ ਫਿਰ ਸਿੱਖ ਹੀ ਕਿਉਂ ਤੁਸੀਂ ਉੱਥੇ ਲਾਉਂਦੇ ਹੋ? ਕਿਉਂਕਿ ਸਿੱਖ ਇੱਕ ਵਿਲੱਖਣ ਕੌਮ ਹੈ, ਸਾਡੇ 'ਚ ਇੱਕ ਸਪਿਰਿਟ ਹੈ, ਇੱਕ ਜਜ਼ਬਾ ਹੈ, ਜਿਹੜਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸਾਡੇ ਬਾਨੀ ਸਿੱਖ ਧਰਮ ਦੇ, ਉਹਨਾਂ ਤੋਂ ਉਹ ਸ਼ੁਰੂ ਹੁੰਦਾ। 10ਵੇਂ ਪਾਤਸ਼ਾਹ ਦਿੰਦੇ ਨੇ, ਠੀਕ ਹੈ, ਸਾਨੂੰ ਇੱਕ ਚੀਜ਼ ਦੇ ਕੇ ਗਏ ਨੇ, ਸਾਡੇ ਜਰਨੈਲ ਹੋਏ ਨੇ ਵਕਤ ਵਕਤ ਤੇ, ਅਸੀਂ ਇਹ ਸਬੂਤ ਕੀਤਾ, ਦੋਨੋਂ ਵਰਲਡ ਵਾਰ 'ਚ ਅਸੀਂ ਸਬੂਤ ਦਿੱਤਾ ਹੋਇਆ ਕਿ ਅਸੀਂ ਵੀ ਆਰ ਜਨਰਲੀ ਟਰੂ ਫਾਈਟਰਸ, ਵੀ ਡਾਈ। ਸਾਡੀ ਅਣਖ ਹੈ ਸਰ, ਸਾਡੇ 'ਚ ਕਣਕ ਤੁਹਾਡੇ ਨਾਲ ਉਹਦੇ ਚ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਕਿਉਂਕਿ ਅਸੀਂ ਸਿਰਫ ਉਸ ਅਕਾਲ ਪੁਰਖ ਦੇ ਹੁਕਮ ਦੇ ਬੱਧੇ ਹੋਏ, ਅਸੀਂ ਸੱਚ ਹੱਕ ਤੇ ਜ਼ੁਲਮ ਦੇ ਖਿਲਾਫ ਜਿਹੜੀ ਸਾਡੇ ਅੰਦਰ ਕਣੀ ਗੁਰੂ ਸਾਹਿਬ ਪਾ ਗਏ ਨੇ, ਅਸੀਂ ਉਹਦੇ ਵਿੱਚ ਆ ਕੇ ਖੜੇ ਹੋ ਜਾਂਦੇ। ਰੱਬ ਸਾਡਾ ਨਾਲੋਂ ਨਾਲ ਸਾਧਨਾ। ਇਹ ਇੱਕ ਜਿਹੜੀ ਸਪਿਰਿਟ ਹੈ ਹੋਰ ਕੌਮਾਂ ਵਿੱਚ ਕਿਤੇ ਬਹੁਤ ਹੀ ਇਹ ਬਹੁਤ ਬਲਕਿ ਪਾਈ ਹੀ ਨਹੀਂ ਜਾਂਦੀ। ਇਸੇ ਕਰਕੇ ਅਸੀਂ ਇਸ ਲੈਵਲ ਦੇ ਉੱਤੇ ਜਿਹੜੇ ਵਰਤਿਆ ਜਾਂਦਾ। ਫੌਰਾ ਸਾਹਿਬ ਗੱਲ ਇਹਨੂੰ ਮੈਂ ਰੈਪ ਅਪ ਕਰ ਲਵਾਂ। ਸਾਡੀ ਉਸ ਸਪਿਰਿਟ ਨੂੰ ਤੁਸੀਂ ਇੱਕ ਡਬਲ ਐਜਡ ਵੈਪਨ, ਦੋ ਧਾਰੀ ਤਲਵਾਰ ਵਾਂਗੂ ਵਰਤਦੇ ਹੋ, ਜਿਵੇਂ ਲੋੜ ਪੈਂਦੀ ਤੁਸੀਂ ਉਵੇਂ ਵਰਤ ਲੈਂਦੇ ਹੋ। ਸੋ ਇਹ ਵਿਤਕਰਾ ਹੈ ਜੀ ਸਿੱਖ ਕੌਮ ਦੇ ਨਾਲ। ਇਹਨੂੰ ਕਿਹੜਾ ਵਿਚਾਰਦਾ ਕਿਹੜਾ ਨਹੀਂ ਵਿਚਾਰਦਾ। ਆਮ ਸਿੱਖ ਕਹਿੰਦਾ ਨਾ ਜੀ ਨਾ, ਤਾਂ ਬੜੇ ਚੰਗੇ ਆ ਭਾਈ, ਤੁਸੀਂ ਚੰਗੇ ਕਿਉਂਕਿ ਤੁਹਾਨੂੰ ਨਹੀਂ ਸਾਰਨੀਆਂ ਪੈਂਦੀਆਂ। ਲੇਕਿਨ ਜਦੋਂ ਤੁਸੀਂ ਪੂਰੀ ਕੌਮ ਦੀ ਗੱਲ ਕਰਦੇ ਹੋ, ਇਨਸਾਨੀਅਤ ਦੀ ਗੱਲ ਕਰਦੇ ਹੋ, ਹੱਕਾਂ ਦੀ ਗੱਲ ਕਰਦੇ ਹੋ, ਤਾਂ ਵਿਤਕਰਾ ਦਿਨ ਪਹਿਲੇ ਤੋਂ 1947 ਤੋਂ ਪਹਿਲਾਂ ਵੀ ਹੋਇਆ, 1947 ਨੂੰ ਵੀ ਹੋਇਆ, ਤੇ ਬਾਅਦ 'ਚ ਅੱਜ ਤੱਕ ਹੁੰਦਾ ਆ ਰਿਹਾ ਬਾਰ-ਬਾਰ। ਇਹ ਸਬੂਤ ਹੈ। ਬਿਲਕੁਲ ਜੀ। ਇੱਥੇ ਇੱਕ ਇੰਦਰਾ ਗਾਂਧੀ ਦੀ ਜਿਹੜੀ ਚਲਾਕੀ ਆ, ਜਾਂ ਉਹ ਇੱਕ ਬਹੁਤ ਚਤੁਰ ਸਿਆਸਤਦਾਨ ਸੀਗੀ, ਉਹ ਉਸ ਵਿਸ਼ੇ ਨੂੰ ਮੈਂ ਟੱਚ ਕਰਨਾ ਚਾਹੂੰਗਾ। ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਹਮਲਾਵਰ ਹੁੰਦੀ ਆ, ਪਰ ਉਹ ਪੂਰੀ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਆਪਣੇ ਨਾਲ ਲੈਂਦੀ ਆ। ਘੱਟੋ ਘੱਟ ਸਾਡੇ ਕੋਲੇ 4 ਜਾਂ 5 ਦੇਸ਼ਾਂ ਦੇ ਨਾਮ ਅੱਜ ਵੀ ਹੈਗੇ ਨੇ ਕਿ ਜਿਨ੍ਹਾਂ ਨੇ ਸਿੱਧੇ ਰੂਪ ਦੇ ਵਿੱਚ ਭਾਰਤ ਦੀ ਫੌਜੀ ਮਦਦ ਕੀਤੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ। ਉਹਨਾਂ ਵਿੱਚ ਇਜ਼ਰਾਈਲ ਹੈਗਾ, ਬ੍ਰਿਟਿਸ਼ ਹੈਗਾ, ਰੂਸ ਹੈਗਾ ਤੇ ਇੰਡੀਆ ਹੈਗਾ। ਮਤਲਬ 4 ਵੱਡੇ ਦੇਸ਼ ਨੇ। ਇੱਥੋਂ ਤੱਕ ਕਿ ਜਿਹੜਾ ਉਸ ਸਮੇਂ ਰੂਸ ਦੀ ਫੌਜਾਂ ਦਾ ਮਾਰਸ਼ਲ ਸੀ, ਜਿਹੜਾ ਉਹਨਾਂ ਦਾ ਆਰਮੀ ਚੀਫ ਸੀ, ਡਿਮਿਟਰੀ ਉਸਤਿਨੋਵ, ਉਹ 1 ਹਫ਼ਤਾ ਦਿੱਲੀ ਬੈਠਾ ਰਿਹਾ ਇਸ ਸਾਰੇ ਜਿਹੜਾ ਆਪਰੇਸ਼ਨ ਸੀ ਉਸ ਨੂੰ ਵਾਚ ਕਰਨ ਵਾਸਤੇ। ਸਵਾਲ ਇਹ ਪੈਦਾ ਹੁੰਦਾ ਕਿ ਇੰਦਰਾ ਗਾਂਧੀ ਨੇ ਇਹ 4-5 ਦੇਸ਼ਾਂ ਨੂੰ ਆਪਣੇ ਨਾਲ ਕਿਉਂ ਲਾਇਆ, ਜਦੋਂ ਕਿ ਉੱਥੇ ਸਿਰਫ 100 ਦੇ ਕਰੀਬ ਸਿੱਖ ਸਨ ਔਰ ਉਹਨਾਂ ਕੋਲੇ ਵੀ ਕੋਈ ਬਹੁਤ ਵੱਡੇ ਹਥਿਆਰ ਨਹੀਂ ਸਨ। ਇੱਕ ਛੋਟੇ ਜਿਹੇ ਪੁਲਿਸ ਆਪਰੇਸ਼ਨ ਦੇ ਥਰੂ ਜਾਂ ਇੱਕ ਮੇਜਰ ਪੁਲਿਸ ਆਪਰੇਸ਼ਨ ਦੇ ਥਰੂ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਇਹ ਇੰਦਰਾ ਗਾਂਧੀ ਨੇ ਇਸ ਨੂੰ ਵਰਲਡ ਲੈਵਲ ਦੇ ਉੱਤੇ ਇਸ ਚੀਜ਼ ਨੂੰ ਕਿਵੇਂ ਉਭਾਰਿਆ, ਕਿਉਂ ਉਭਾਰਿਆ, ਤੇ ਉਹ ਦੇਸ਼ ਇੰਦਰਾ ਗਾਂਧੀ ਦੇ ਨਾਲ ਕਿਉਂ ਲੱਗੇ, ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਚਾਹੋਗੇ ਫਲੋਰਾ ਸਾਹਿਬ ਤੁਸੀਂ? ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਸਵਾਲ ਹੈ ਜੀ, ਔਰ ਇਹ ਬੜਾ ਇਹਦੇ 'ਚ ਅਸੀਂ ਧਿਆਨ ਦੇ ਨਾਲ ਅਸੀਂ ਅਗਰ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ ਆਪਣੇ ਕੀਤੇ ਹੋਏ ਕਾਰੇ ਨੂੰ, ਜਿਹੜੀ ਵੀ ਪਲੈਨਿੰਗ ਕੀਤੀ ਸੀ, ਉਹਨੂੰ ਪੂਰੇ ਤਰੀਕੇ ਨਾਲ ਮਿੱਠੇ ਵਿੱਚ ਲਪੇਟਣ ਵਾਸਤੇ ਸਭ ਤੋਂ ਪਹਿਲਾਂ ਆਪਣੀਆਂ ਏਜੰਸੀਆਂ ਦੇ ਕੋਲੋਂ ਕੁਝ ਐਸੀਆਂ ਕਾਰਵਾਈਆਂ ਕਰਵਾ ਲਈਆਂ ਸੀ, ਜਿਨ੍ਹਾਂ 'ਚ ਬੱਸਾਂ 'ਚੋਂ ਤਾਰ ਕੇ ਸਿਰਫ ਹਿੰਦੂਆਂ ਨੂੰ ਵੱਖਰੇ ਕਰ ਕਰਕੇ ਮਾਰਿਆ ਗਿਆ ਸੀ, ਟ੍ਰੇਨਾਂ 'ਚੋਂ ਲਾ ਕੇ ਮਾਰਿਆ ਗਿਆ ਸੀ, ਕੁਝ ਬੰਬ ਧਮਾਕੇ ਏਜੰਸੀਆਂ ਨੇ ਆਪ ਕੀਤੇ ਸੀ। ਉਹਦੇ ਨਾਲ, ਕਿਉਂਕਿ ਮੀਡੀਆ ਸਾਰਾ ਇਹਨਾਂ ਦੇ ਆਪਣੇ ਹੱਥਾਂ ਵਿੱਚ ਸੀਗਾ, ਉਹਦੇ ਨਾਲ ਇਹਨਾਂ ਨੇ ਇੱਕ ਵੱਡੇ ਜੈਨੋਸਾਈਡ ਨੂੰ ਜਸਟੀਫਾਈ ਕਰਨ ਵਾਸਤੇ ਉਹ ਤਿਆਰੀ ਜਿਹੜੀ ਸੀਗੀ, ਇਹਨਾਂ ਮੁਲਕਾਂ ਨੂੰ ਆਪਣੇ ਨਾਲ ਵੀ, ਇਹ ਜਿਹੜੀ ਕੌਮ ਹੈ ਖਾਨਾ ਬਦੋਸ਼ ਕੌਮ ਹੈ, ਅਸੀਂ ਇਹਨਾਂ ਨੂੰ ਸ਼ੁਰੂ ਤੋਂ ਜਾਣਦੇ ਹਾਂ ਤੇ ਸਾਨੂੰ ਦੂਜੇ ਮੁਲਕਾਂ 'ਚ ਜਾ ਕੇ ਕਿਤੇ ਬਦਨਾਮੀ ਦਾ ਮੂੰਹ ਨਾ ਦੇਖਣਾ ਪਵੇ, ਇਸ ਕਰਕੇ ਉਹਨਾਂ ਮੁਲਕਾਂ ਨੂੰ ਕਨਵਿੰਸ ਕਰਕੇ ਆਪਣੇ ਨਾਲ ਖੜਾ ਕੀਤਾ ਗਿਆ ਸੀ। ਬਿਲਕੁਲ ਜੀ। ਚੱਠਾ ਸਾਹਿਬ, ਸੇਮ ਸਵਾਲ ਤੁਹਾਡੇ ਨੂੰ ਜੀ। ਹਾਂਜੀ ਬਿਲਕੁਲ ਜੀ, ਮਤਲਬ ਮੈਂ ਇੱਥੇ ਥੋੜਾ ਐਡ ਹੋਰ ਕਰਨਾ ਚਾਹੂੰਗਾ। ਜਿਹੜੀ ਆਪਣੇ ਬਾਠ ਸਾਹਿਬ ਨੇ ਗੱਲ ਕਹੀ ਸੀ, ਉਹ ਇਸ ਗੱਲੋਂ ਬਿਲਕੁਲ ਵੀ ਨਹੀਂ ਜਿੱਦਾਂ ਭੋਲੀ ਸੀ ਵੀ ਅਸੀਂ ਸਿੱਖਾਂ ਨੂੰ ਕਿਵੇਂ ਵਰਤਣਾ ਆ। ਇਹਦੇ ਵਿੱਚ ਸਰਦਾਰ ਕਪੂਰ ਸਿੰਘ ਸੱਚੀ ਸਾਂਕੀ ਦਾ ਮੈਂ ਹਵਾਲਾ ਦੇਣਾ ਚਾਹੂੰਗਾ।
ਉਹਨਾਂ ਨੇ ਕਿਹਾ ਕਿ 1932 ਦੀ ਜੋ ਤਿੰਨ ਉਹ ਇੱਕ ਡੇਰਾ ਆਪਾਂ ਜਿਹਨੂੰ ਫਰੰਟੀਅਰ ਕਹਿੰਦੇ ਆ, ਉੱਥੋਂ ਦਾ ਇੱਕ ਹਿੰਦੂ ਤੇ ਇੱਕ ਮੁਸਲਮਾਨ ਤੇ ਉਹ ਤਿੰਨੇ ਪੜ੍ਹਦੇ ਸੀ ਅਸੀਂ ਕਹਿੰਦਾ। ਤੇ ਮੁਸਲਮਾਨ ਕਹਿਣ ਲੱਗਾ ਹਿੰਦੂ ਨੂੰ ਵੀ ਤੇਰਾ ਕੀ ਬਣੂਗਾ, ਤੁਸੀਂ ਤਾਂ ਹੁਣ ਕਿੱਧਰ ਜਾਓਗੇ, ਪਾਕਿਸਤਾਨ ਬਣਨ ਵਾਲਾ। ਉਹ ਕਹਿੰਦਾ ਮੇਰਾ ਕੁਝ ਬਣ ਸਕਦਾ, ਨੂੰ ਪਤਾ ਵੀ ਅਸੀਂ ਲੜ ਨਹੀਂ ਸਕਦੇ ਪਰ ਸਾਡੇ ਕੋਲ ਲੜਨ ਲਈ ਸਿੱਖ ਹੈਗੇ ਆ। ਤੇ ਕਹਿੰਦਾ ਮੈਂ ਇਤਰਾਜ਼ ਜਿਹਾ ਕੀਤਾ ਵੀ ਇਹ ਸਿੱਖ ਕਿਤੇ ਲੋਲੇ ਆ। ਉਹ ਕਹਿੰਦਾ ਜੀ ਕਪੂਰ ਸਾਹਿਬ ਨੂੰ ਕਹਿੰਦਾ ਸਰਦਾਰ ਸਾਹਿਬ ਤੁਸੀਂ ਦੇਖਦੇ ਜਾਇਓ ਵੀ ਕੌਣ ਲੋਲਾ ਆ। ਠੀਕ ਆ, ਮਤਲਬ ਠੀਕ ਆ, ਪਰ ਆਪਾਂ ਜਿਹੜਾ ਦੂਜਾ ਸਵਾਲ ਉਹਦਾ ਵੀ ਨਾਲ ਨਾਲ ਜਵਾਬ ਦਿੰਦੇ ਚੱਲੀਏ। ਹਾਂਜੀ, ਦੂਜਾ ਸਵਾਲ ਇਹ ਆ ਕਿ ਉਸ ਟਾਈਮ ਬਹੁਤ ਸਾਰੀਆਂ ਏਜੰਸੀਆਂ ਇਸ ਮਾਮਲੇ 'ਚ ਇਨਵੋਲਵ ਸੀਗੀਆਂ। ਇਹ ਮਾਮਲਾ ਕੁਝ ਹੋਰ ਤਰ੍ਹਾਂ ਵੀ ਸੀ ਤੇ ਉਹ ਆਪਾਂ ਬਾਹਲਾ ਡਿਸਕਸ ਨਹੀਂ ਕਰਨਾ ਚਾਹੁੰਦੇ, ਪਰ ਇੰਨੀ ਗੱਲ ਹੈਗੀ ਆ ਕਿ ਇਹ ਜਿਹੜਾ ਆਪਰੇਸ਼ਨ ਸ਼ਾਂਤੀ ਦੇ ਰਾਹੀਂ ਜਿਹੜਾ ਇੰਦਰਾ ਗਾਂਧੀ ਇੱਕ ਦੀਆਂ ਦੋ ਚਾਲਾਂ ਚੱਲ ਰਹੀ ਸੀ। ਇੱਕ ਤਾਂ ਉਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ, ਦੂਜਾ ਉਹ ਪਾਕਿਸਤਾਨ ਤੇ ਅਟੈਕ ਕਰਕੇ ਆਪਣੀ ਮਰਜ਼ੀ ਦੀ ਧਿਰ ਨੂੰ ਉੱਤੇ ਕਾਬਜ਼ ਕਰਵਾਉਣਾ ਚਾਹੁੰਦੀ ਸੀ। ਤੇ ਇਹਦੇ ਵਿੱਚ ਜਿਸ ਧਿਰ ਨਾਲ ਰਾਹ ਰਹੀ ਆ ਅਫਸਰਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ ਨਾ, ਉਹ ਚਲੋ ਠੀਕ ਆ, ਤੁਹਾਡੀ ਗੱਲ ਉਹ ਵਾਜਬ ਆ, ਪਰ ਗੱਲ ਇਹ ਵੀ ਆ ਕਿ ਬਾਕੀ ਦੇਸ਼ ਜਿਹੜੇ ਸੀ ਉਹ ਇੰਦਰਾ ਗਾਂਧੀ ਨਾਲ ਆਏ। ਬ੍ਰਿਟਿਸ਼ ਜਿਹੜਾ ਕਿ ਆਪਣੇ ਆਪ ਨੂੰ ਹਿਊਮਨ ਰਾਈਟਸ ਦੇ ਬਹੁਤ ਵੱਡੇ ਲੰਬਰਦਾਰ ਕਹਾਉਂਦੇ ਨੇ, ਇਜ਼ਰਾਈਲ, ਰੂਸ, ਉਹਨਾਂ ਦੀਆਂ ਫੌਜੀ, ਉਹਨਾਂ ਨੇ ਇੰਟੈਲੀਜੈਂਸ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕੀਤੀ। ਉਹਨਾਂ ਦੀਆਂ ਫੌਜਾਂ ਦੇ ਤੱਕ ਵੀ ਇੰਡੀਅਨ ਫੌਜ ਦੀ ਸਪੋਰਟ ਕਰ ਰਹੀਆਂ ਸੀ। ਇੱਥੋਂ ਤੱਕ ਕਿ ਰੂਸ ਦਾ ਆਰਮੀ ਚੀਫ ਡਿਮਿਟਰੀ ਉਸਤਿਨੋਵ ਇੱਕ ਹਫ਼ਤਾ ਦਿੱਲੀ ਬੈਠਾ ਰਿਹਾ ਇਸ ਸਾਰੇ ਆਪਰੇਸ਼ਨ ਨੂੰ ਦੇਖਣ ਵਾਸਤੇ। ਇੰਨੀ ਕਿੱਡਾ ਕੁ ਵੱਡਾ ਇਹ ਆਪਰੇਸ਼ਨ ਸੀ, ਕਿਉਂ ਸਿੱਖਾਂ ਦੇ ਉੱਤੇ ਇਹ ਲੋਕ ਜਾਂ ਇਹ ਦੇਸ਼ ਜਿਹੜੇ ਸੀ ਇਸ ਢੰਗ ਨਾਲ ਹਮਲਾਵਰ ਹੋਏ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਮੈਨੂੰ ਬਾਹਲਾ ਆਪਾਂ ਇਸ ਬਾਰੇ ਜ਼ਰੂਰ ਆਪਾਂ ਨੂੰ ਰਿਸਰਚ ਕਰਨੀ ਚਾਹੀਦੀ। ਜਿੱਥੋਂ ਤੱਕ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਇੱਕ ਵਿਚਾਰਧਾਰਾ ਆ, ਉਹ ਵਿਚਾਰਧਾਰਾ ਤੋਂ ਉਹਨਾਂ ਨੂੰ ਜਿਹੜੀ ਕਾਮਰੇਡਾਂ ਉਹ ਆਪਣੀ ਸ਼ਰੀਕ ਸਮਝਦੇ। ਜਿੱਥੋਂ ਤੱਕ ਜਿਹੜੀ ਮੈਂ ਸੋਚਦਾ ਕਾਮਰੇਡ ਸਾਡੇ ਕਿਉਂ ਇੰਨਾ ਖਿਲਾਫ ਆ, ਮੈਨੂੰ ਇਹ ਗੱਲ ਮੇਰੇ ਕਦੀ ਨਹੀਂ ਸਮਝ ਆਦੀ ਵੀ ਅਸੀਂ ਕਮਿਊਨਿਸਟਾਂ ਦਾ ਉਹਨਾਂ ਨੇ ਇੱਕ ਪਰਸਨਲ ਦੁਸ਼ਮਣੀ ਵਜੋਂ ਸਿੱਖਾਂ ਨੂੰ ਲਿਆ ਹਮੇਸ਼ਾ ਹੀ। ਤੇ ਉਹਦਾ ਕੀ ਰੀਜ਼ਨ ਆ? ਉਹਦੇ ਵਿੱਚ ਇਹ ਗੱਲ ਹਾਲੇ ਅਸੀਂ ਡੂੰਘਾਈ ਨਾਲ ਮੇਰੇ ਖਿਆਲ ਕੀਤੀ ਨਹੀਂ। ਬਾਕੀ ਆਪਣੇ ਮੈਂ ਹੁਣ ਪੜ੍ਹਦਾ ਸੀ ਕਿਸੇ ਦਾ, ਉਹ ਤਾਂ ਕਹਿੰਦੇ ਉਦੋਂ ਵਪਾਰ ਦਾ ਸਮਝੌਤਾ ਵੀ ਨਹੀਂ ਸੀ ਹੁੰਦਾ ਉਹਨਾਂ ਦੀ ਰਸ਼ੀਆ ਦੀ ਪ੍ਰਵਾਨਗੀ ਤੋਂ ਬਿਨਾਂ, ਜਿਹੜਾ ਬਾਹਰ ਕਿਸੇ ਨੇ ਕਰਨਾ ਹੁੰਦਾ। ਤੇ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਜਿਹੜੀ ਇੰਦਰਾ ਗਾਂਧੀ ਨਾ ਉਹ ਆਪਣੇ ਆਪ ਨੂੰ ਸੱਚਾ ਦਿਖਾ ਲੈਣ ਲਈ ਇੱਕ ਤਾਂ ਪਾਸੇ ਸਿੱਖਾਂ ਦਾ ਘਾਣ ਕਰਨਾ ਚਾਹੁੰਦੀ। ਪਰ ਚੱਠਾ ਸਾਹਿਬ, ਕੀ ਸਿੱਖ ਪੋਲਿਟਿਕਸ, ਸਿੱਖ ਬੁੱਧੀਜੀਵੀ ਇੰਨੇ ਬੌਨੇ ਸਾਬਤ ਹੋਏ ਇੰਦਰਾ ਗਾਂਧੀ ਦੀਆਂ ਚਾਲਾਂ ਦੇ ਸਾਹਮਣੇ ਕਿ ਉਹ ਇਸ ਚਾਲਾਂ ਨੂੰ ਸਮਝ ਨਹੀਂ ਸਕੇ ਤੇ ਸਿੱਖਾਂ ਦਾ ਇੱਕ ਨਾ ਪੂਰਾ ਹੋਣ ਵਾਲਾ ਨੁਕਸਾਨ ਕਰਤਾ? ਬਹੁਤ ਵੱਡਾ ਨੁਕਸਾਨ ਸਾਡਾ ਹੋਇਆ, ਗਲੋਬਲ ਲੈਵਲ ਦੇ ਉੱਤੇ ਵੀ, ਲੋਕਲ ਲੈਵਲ ਦੇ ਉੱਤੇ ਵੀ, ਸਾਡੀ ਇਕਨੋਮੀ ਦੇ ਉੱਤੇ ਵੀ ਸਾਡਾ ਜਾਨੀ ਨੁਕਸਾਨ ਵੀ ਹੋਇਆ, ਸਾਡੀ ਰਿਸਪੈਕਟ ਵੀ ਜਾਂਦੀ ਰਹੀ, ਸੋਸ਼ਲੀ ਵੀ ਅਸੀਂ ਖਤਮ ਹੋਏ। ਕੀ ਸਾਡੀ ਜਿਹੜੀ ਲੀਡਰਸ਼ਿਪ ਸੀ, ਸਾਡਾ ਜਿਹੜਾ ਬੁੱਧੀਜੀਵੀ ਸੀ, ਉਹ ਇੰਨਾ ਬੌਣਾ ਸੀ ਇੰਦਰਾ ਗਾਂਧੀ ਦੀ ਸਿਆਣਪ ਦੇ ਸਾਹਮਣੇ ਜਾਂ ਉਹਦੀ ਅਕਲ ਦੇ ਸਾਹਮਣੇ? ਗਰੇਵਾਲ ਸਾਹਿਬ, ਜੇ ਇਹ ਤੋਂ ਪਹਿਲਾਂ ਕਿ ਚੱਠਾ ਸਾਹਿਬ ਸਿੱਖ ਲੀਡਰਸ਼ਿਪ ਦੀ ਗੱਲ ਕਰਨ, ਜਿਹੜਾ ਤੁਹਾਡਾ ਸਵਾਲ ਉਹਦੇ ਬਾਰੇ ਮੈਂ ਦੋ ਵਿਚਾਰ ਰੱਖਣਾ ਚਾਹੁੰਦਾ ਕਿ ਰਸ਼ੀਆ, ਇਜ਼ਰਾਈਲ, UK ਤੇ ਇੰਡੀਆ, ਚਾਰ ਕੰਟਰੀਆਂ ਇਕੱਠੀਆਂ ਕਿਉਂ ਹੁੰਦੀਆਂ? ਦੇਖੋ, ਜਦੋਂ ਜਿਹੜੀ ਤੁਹਾਡੀ ਇੰਟਰਨੈਸ਼ਨਲ ਪਾਲਿਸੀ ਹੁੰਦੀ ਹੈ ਨਾ, ਐਕਸਟਰਨਲ, ਉਹਦੇ ਚ ਤੁਹਾਨੂੰ ਇਹ ਹੁੰਦਾ ਵੀ ਕਿਹੜੇ ਦੇਸ਼ ਆਵਾਜ਼ ਉਠਾਉਣਗੇ ਹਿਊਮਨ ਰਾਈਟਸ ਦੀ। ਹਾਂਜੀ, ਤੁਸੀਂ ਜਿੰਨੇ ਵੱਧ ਤੋਂ ਵੱਧ ਆਪਣੇ ਨਾਲ ਲੈ ਸਕਦੇ ਹੋ। ਬੜੀ ਸੋਹਣੀ ਗੱਲ ਅਮਰੀਕਾ ਦੇ ਪ੍ਰੈਜ਼ੀਡੈਂਟ ਸ਼ਾਇਦ ਨਿਕਸਨ ਨੇ ਗੱਲ ਆਖੀ ਸੀ ਕਿ ਜੇ ਤੁਸੀਂ ਵਰਲਡ ਵਾਰ ਨਹੀਂ ਚਾਹੁੰਦੇ, ਥਰਡ ਵਰਲਡ ਵਾਰ, ਤਾਂ ਉਹ ਕਹਿੰਦਾ ਫਿਰ ਅਮਰੀਕਾ ਨੂੰ ਨੰਬਰ 1 ਕੰਟਰੀ ਰਹੇਗਾ, ਕਿਉਂਕਿ ਅਮਰੀਕਾ ਦੀ ਸਰਕਾਰ ਨੂੰ ਅਮਰੀਕਨ ਲੋਕ ਹੀ ਨਹੀਂ ਅਲਾਉ ਕਰਨਗੇ ਕਿ ਥਰਡ ਵਰਲਡ ਵਾਰ ਸ਼ੁਰੂ ਹੋ ਸਕੇ। ਤੇ ਜਦੋਂ ਤੁਸੀਂ ਟੌਪ ਤੇ ਬੈਠੇ ਹੋ ਤਾਂ ਕੋਈ ਹੋਰ ਦੇਸ਼ ਇਹ ਨਹੀਂ ਕਰੇਗਾ ਵਰਲਡ ਵਾਰ ਚੱਲੇ। ਸੋ ਹੁਣ ਕੀ ਹੈ ਕਿ ਅਮਰੀਕਾ ਜਿਹੜਾ ਆ ਉੱਥੋਂ ਹਿਊਮਨ ਰਾਈਟਸ ਦੀ ਗੱਲ ਹਮੇਸ਼ਾ ਹੁੰਦੀ ਆਈ ਆ, ਇਹਨਾਂ ਨੇ ਕਰਨੀ ਸੀ। ਸੋ ਉਹਨਾਂ ਦੇ ਨਜ਼ਦੀਕੀ ਕੌਣ ਸੀ ਜੀ? ਉਹਨਾਂ ਦੇ ਨਜ਼ਦੀਕੀ ਰਸ਼ੀਆ ਬੜਾ ਨਜ਼ਦੀਕੀ, ਆਪਾਂ ਨੂੰ ਪਤਾ ਉਸ ਟਾਈਮ, ਠੀਕ ਹੈ। ਇਜ਼ਰਾਈਲ ਨੂੰ ਨਾਲ ਲੈ ਰਿਹਾ, ਇੰਗਲੈਂਡ ਲੈ ਲਿਆ। ਸੋ ਉਹਨਾਂ ਜਿਹੜਾ ਇੰਟਰਨੈਸ਼ਨਲ ਇੱਕ ਇਮੇਜ ਕ੍ਰੀਏਟ ਕਰਤੀ ਵੀ ਵੀ ਹੈਵ ਨੋ ਅਦਰ ਚੁਆਇਸ, ਕਿ ਸਾਨੂੰ ਇਹ ਐਕਸ਼ਨ ਕਰਨਾ ਹੀ ਪੈਣਾ ਔਰ ਇਹ ਬਹੁਤ ਵੱਡਾ ਐਕਸ਼ਨ ਹੈ। ਵੀ ਨੀਡ ਯੂ ਇੰਟੈਲੀਜੈਂਸ, ਵੀ ਨੀਡ ਯੂ ਇਨਵੋਲਵ। ਜਦੋਂ ਤੁਸੀਂ ਕਿਸੇ ਨੂੰ ਇਨਵੋਲਵ ਕਰ ਲੈਂਦੇ ਹੋ, ਉਹਦਾ ਮੂੰਹ ਤਾਂ ਤੁਸੀਂ ਬੰਦ ਹੀ ਕਰਤਾ, ਤੁਹਾਡੇ ਵਿਰੁੱਧ ਬੋਲੇ। ਨੰਬਰ ਦੂਸਰਾ, ਉਦੋਂ ਸਿਰਫ ਇਹ ਵੀ ਨਹੀਂ, ਨਾਲ ਇਹ ਵੀ ਇੱਕ ਨੀਤੀ ਦਾ ਹਿੱਸਾ ਸੀ ਕਿ ਸਿੱਖ ਵੀ ਭੇਜੇ ਗਏ। ਸਿੱਖ ਸਾਡੇ ਵਿੱਚ ਪਲਾਂਟ ਕੀਤੇ ਗਏ ਜੋ ਸਰਕਾਰ ਦੇ ਆਪਣੇ ਸੀ। ਸਿੱਖਾਂ ਨੂੰ ਸਾਡੇ ਵਿੱਚ ਬਾੜ ਕੇ ਵਰਤਿਆ ਗਿਆ, ਸਾਡੇ ਲੀਡਰ ਬਣਾਇਆ ਗਿਆ, ਜਿਹਨਾਂ ਨੇ ਡੀਰੇਲ ਕੀਤੀ ਸਾਰੀ ਮੂਵਮੈਂਟ ਨੂੰ। ਉਹ ਜਿਹੜੀ ਇੱਕ ਸੀਗਾ ਰਿਜ਼ੈਂਟਮੈਂਟ ਸੀਗੀ ਅਗੇਂਸਟ ਦ ਗਵਰਨਮੈਂਟ ਫॉर देयर ਐਕਸ਼ਨਸ, ਉਹਨੂੰ ਵੀ ਸਮੇਂ ਦੇ ਨਾਲ ਡਿਲੇਅਰ ਕੀਤਾ। ਹੁਣ ਤੁਸੀਂ ਉਸ ਸਵਾਲ ਦਾ ਜਵਾਬ ਦੇ ਦਿਓ, ਕਿਉਂਕਿ ਇੱਥੇ ਸਿੱਖ ਲੀਡਰਸ਼ਿਪ ਆਉਂਦੀ ਹੈ ਨਾਲ ਕਿ ਉਹਨਾਂ ਦਾ ਕੀ ਰੋਲ ਰਿਹਾ।
ਬੋਲਿਓ ਪਲੀਜ਼। ਚੱਠਾ ਸਾਹਿਬ, ਮੈਨੂੰ ਲੱਗਦਾ ਚੱਠਾ ਸਾਹਿਬ ਸ਼ਾਇਦ ਮਿਊਟ ਨੇ। ਫਲੋਰਾ ਸਾਹਿਬ। ਹਾਂਜੀ, ਹੁਣ ਕਰੋ ਗੱਲ, ਫਲੋਰਾ ਸਾਹਿਬ ਕਰੋ ਤੁਸੀਂ ਗੱਲ। ਹਾਂਜੀ, ਮੈਂ ਇਹ ਸਾਰੇ ਜਿਹੜਾ ਅਸੀਂ ਅਗਰ ਫਲਸਫਾ ਚੰਗੀ ਤਰ੍ਹਾਂ ਦੇਖਦੇ, ਇਹਨਾਂ ਦੀ ਚਾਲਾਂ ਨੂੰ ਧਿਆਨ ਨਾਲ ਦੇਖਦੇ, ਜਿਹੜੀ ਮੈਂ ਗੱਲ ਪਹਿਲਾਂ ਵੀ ਕਹੀ ਸੀ, ਆਪਾਂ ਉਸੇ ਗੱਲ ਨੂੰ ਆਪਾਂ ਬੜੇ ਛੋਟੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਇੰਨੇ ਮੁਲਕਾਂ ਨੂੰ ਨਾਲ ਕਿਉਂ ਲਿਆ ਗਿਆ। ਕਿਉਂਕਿ ਮੀਡੀਆ, ਪਹਿਲੀ ਤਾਂ ਗੱਲ ਹੈ ਕਿ ਇਹਨਾਂ ਨੇ ਆਪਣੇ ਹੱਥ 'ਚ ਰੱਖਿਆ ਹੋਇਆ ਸੀਗਾ। ਦੂਸਰੀ ਗੱਲ ਇਹ ਸੀ ਕਿ ਇਹਨਾਂ ਨੇ ਆਪਣਾ ਇੱਕ ਇੰਪ੍ਰੈਸ਼ਨ ਬਣਾਉਣਾ ਸੀਗਾ ਕਿ ਅਸੀਂ ਇੱਥੇ ਕੋਈ ਅਪਰਾਈਜ਼ਿੰਗ, ਜਾਣੀ ਕਿ ਜਿਹੜੀ ਵਿਦਰੋਹੀ ਨੀਤੀਆਂ, ਕਿਉਂਕਿ ਰਸ਼ੀਆ ਜਿਹੜਾ ਸੀਗਾ ਉਹ ਕਾਮਰੇਡ ਮੁਲਕ ਸੀਗਾ, ਤੇ ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਵਿਦਰੋਹੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਵਾਸਤੇ ਇੱਕ ਪ੍ਰੈਕਟੀਕਲੀ ਇੱਕ ਐਕਸਪੈਰੀਮੈਂਟ ਸੀਗਾ, ਉਹਨਾਂ ਨੇ ਸਾਥ ਦਿੱਤਾ। ਜਿਹੜਾ ਬ੍ਰਿਟਿਸ਼ ਹੋਇਆ, ਇਜ਼ਰਾਈਲ ਹੋਇਆ, ਔਰ ਜਿਹੜਾ ਆਪਣਾ ਅਮਰੀਕਾ ਹੋ ਗਿਆ, ਇਹਨਾਂ ਨੇ ਹਿਊਮਨ ਰਾਈਟਸ ਦੇ ਬਦਲੇ ਆਵਾਜ਼ ਚੁੱਕਣੀ ਸੀ। ਇਹਨਾਂ ਦੀਆਂ ਅੱਖਾਂ 'ਚ ਸਿੱਖਾਂ ਦੇ ਅਕਸ ਨੂੰ ਪਹਿਲਾਂ ਪਲੈਨਿੰਗ ਦੇ ਤਹਿਤ ਵਿਗਾੜ ਕੇ ਇਹਨਾਂ ਨੂੰ ਦਿਖਾਇਆ ਗਿਆ ਕਿ ਇਹ ਇੱਕ ਜੰਗਲੀ ਕਿਸਮ ਦੇ ਲੋਕ ਨੇ, ਜਿੱਦਾਂ ਕਿ ਅਫਗਾਨਿਸਤਾਨ ਦੇ ਵੀ ਲੋਕਾਂ ਨੂੰ ਪਹਿਲਾਂ ਬਦਨਾਮ ਕੀਤਾ ਗਿਆ। ਬਾਅਦ ਜਿਹੜੇ ਵਿੱਚ ਸਿਵਲੀਅਨ ਜਿਹੜੇ ਨੇ ਉਹਨਾਂ ਦੀ ਗੱਲ ਹੱਕਸਾਜੀ ਕਰਨ ਵਾਲਾ ਕੋਈ ਨਹੀਂ, ਸ਼ਰਾਰਤੀ ਬੰਦੇ ਵਿੱਚ ਹੋਣਗੇ, ਪਰ ਜਿਹੜੇ ਸ਼ਰਾਰਤੀ ਬੰਦੇ ਨੇ ਉਹ ਇਹਨਾਂ ਦੇ ਹੱਥ ਠੋਕੇ ਸੀਗੇ। ਔਰ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਪਹਿਲਾਂ ਸਿੱਖਾਂ ਦੀ ਇਮੇਜ ਨੂੰ ਖਰਾਬ ਕੀਤਾ, ਗਿਰਾਵਟ ਵੱਲ ਨਿਵਾਣ ਵੱਲ ਲਿਆਂਦਾ। ਆਪਣੇ ਮੀਡੀਆ ਦੇ ਉੱਤੇ ਜੋ ਘਟੀਆ ਪੱਧਰ ਤੇ ਸਿੱਖਾਂ ਬਾਰੇ ਪ੍ਰਚਾਰ ਕੀਤਾ ਜਾ ਸਕਦਾ ਸੀ ਉਹ ਕੀਤਾ। ਆਪ ਇਹਨਾਂ ਨੇ ਮੇਰਾ ਇੱਕ ਸਵਾਲ ਆ ਹੁਣ ਇੱਥੇ, ਇਹ ਗੱਲ ਠੀਕ ਆ ਕਿ ਦੁਸ਼ਮਣ ਜਿਹੜਾ ਹੈ ਉਹ ਇਹ ਖੇਡ ਖੇਡੂਗਾ ਹੀ, ਦੁਸ਼ਮਣ ਬਾਤ ਕਰੇ ਅਨਹੋਣੀ, ਠੀਕ ਹੈ ਜੀ, ਦੁਸ਼ਮਣ ਤਾਂ ਇਹ ਖੇਡ ਖੇਡੂਗਾ ਹੀ, ਪਰ ਸਿੱਖ ਲੀਡਰਸ਼ਿਪ ਉੱਥੇ ਇੰਨੀ ਬੌਣੀ ਕਿਉਂ ਸਾਬਤ ਹੋਈ? ਉਹ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਸਮਝ ਸਕਦੀ? ਸਿੱਖ ਲੀਡਰਸ਼ਿਪ ਅਸਲ ਵਿੱਚ ਜਿਹੜੀ ਬੌਣੀ ਵਾਲੀ ਨਹੀਂ ਸੀ। ਸਿੱਖ ਲੀਡਰਸ਼ਿਪ ਜਿਹੜੀ ਅਪਰਾਈਜ਼ਿੰਗ ਕਰ ਰਹੀ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਸਿੱਖ ਲੀਡਰਸ਼ਿਪ ਖੜੀ ਹੋ ਰਹੀ ਸੀ। ਉਹ ਜਿਹੜੀ ਰਾਈਟਸ ਵੇ ਲੀਡਰਸ਼ਿਪ ਸੀ, ਜਿਹੜੀ ਕਿ ਅਕਾਲ ਪੁਰਖ ਦੀ ਫੌਜ ਦੇ ਸਾਹਮਣੇ ਚੱਲਣਾ ਚਾਹੁੰਦੀ ਸੀ, ਉਹਨੂੰ ਦਬਾਉਣ ਵਾਸਤੇ ਜਿਹੜੀ ਇਹਨਾਂ ਦੀਆਂ ਆਪਣੀਆਂ ਕਠਪੁਤਲੀਆਂ, ਜਿਹੜੇ ਬਾਦਲ ਵਗੈਰਾ ਖੜੇ ਕੀਤੇ ਗਏ ਸੀ, ਉਹਨਾਂ ਨੂੰ ਪੂਰੇ ਸ਼ਾਤਰ ਤਰੀਕੇ ਨਾਲ ਉਹਨਾਂ ਨੂੰ ਵਰਤਿਆ ਗਿਆ। ਇਸ ਮਸਲੇ ਉੱਤੇ ਉਹਨਾਂ ਨੂੰ ਸ਼ਾਹੀ ਚੀਜ਼ਾਂ, ਉਹਨਾਂ ਨੂੰ ਸੁਪਨੇ ਦਿਖਾਏ ਗਏ, ਉੱਚੀਆਂ ਅਹੁਦਿਆਂ ਵਾਲੀਆਂ ਸੀਟਾਂ ਦਿਖਾਈਆਂ ਗਈਆਂ, ਉਹਨਾਂ ਨੂੰ ਰਜਵਾੜਾ ਸ਼ਾਹੀ ਦੇ ਸੁਪਨੇ ਦਿਖਾਏ ਗਏ। ਉਹਨਾਂ ਨੂੰ ਇਸ ਜਿਹੜੀ ਅਸਲੀ ਜਿਹੜੀ ਲੀਡਰਸ਼ਿਪ ਖੜੀ ਹੋ ਰਹੀ ਸੀ, ਜਿਹਦੇ ਵਿੱਚ ਜਿਸ ਤਰ੍ਹਾਂ ਭਾਈ ਅਮਰੀਕ ਸਿੰਘ ਜਾਂ ਹੋਰ ਬਹੁਤ ਪੜ੍ਹੇ ਲਿਖੇ ਸੂਝਵਾਨ ਲੋਕ ਨਵੀਂ ਲੀਡਰ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਸੀ, ਲੀਡਰਸ਼ਿਪ ਦੇ ਵਿੱਚ ਉਹਨਾਂ ਨੂੰ ਖਤਮ ਕੀਤਾ ਗਿਆ। ਲੀਡਰਸ਼ਿਪ ਸੀ, ਅਗਰ ਲੀਡਰਸ਼ਿਪ ਨਾ ਹੁੰਦੀ ਤੇ ਇਹ ਹਾਲਾਤ ਪੈਦਾ ਨਹੀਂ ਸੀ ਹੋਣੇ। ਠੀਕ ਹੈ, ਮੈਂ ਇਸੇ ਵਿਸ਼ੇ ਤੇ ਥੋੜਾ ਐਡ ਕਰਨਾ ਚਾਹੁੰਦਾ। ਹਾਂ ਜੀ, ਕੰਟੀਨਿਊ ਜੀ। ਹਾਂ, ਵੀ ਜਦੋਂ ਜਿਹੜੀ ਇੱਕ ਭਾਰੂ ਧਰਿਆ ਸਟੇਟ, ਉਹਦੇ ਕੋਲ ਸਾਰੇ ਸਾਧਨ ਆ। ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਮਨਜੀਤ ਸਿੰਘ ਕਲਕੱਤਾ ਕਿੱਦਾਂ ਇਹਨਾਂ ਨੇ ਸਟੇਟ ਨੇ ਲਿਆਂਦਾ ਵਿੱਚ। ਈਵਨ ਟੌੜਾ ਚਾਹੁੰਦਾ ਵੀ ਨਹੀਂ ਸੀ, ਤੇ ਟੌੜੇ ਨੂੰ ਇੱਕ ਸ਼ਰੇਆਮ ਧਮਕੀ ਦੇ ਦਿੱਤੀ ਗਈ ਵੀ ਜੇ ਤੁਸੀਂ ਮਨਜੀਤ ਸਿੰਘ ਕਲਕੱਤਾ ਨੂੰ ਬਿਲਕੁਲ ਨਾਲ ਨਹੀਂ ਲੈਂਦੇ ਤੇ ਅਸੀਂ ਤੈਨੂੰ ਭਗੌੜਾ ਕਰਾਰ ਕਰਕੇ ਤੈਨੂੰ ਮਾਰ ਦੇਣਾ। ਵਾਹ, ਬਿਲਕੁਲ ਜੀ। ਹੈ, ਤੇ ਉਹਨਾਂ ਨੂੰ ਮਜਬੂਰੀ ਤਹਿਤ ਲੈਣਾ ਪਿਆ ਮਨਜੀਤ ਸਿੰਘ ਕਲਕੱਤੇ ਨੂੰ। ਇਹ ਗੱਲ ਹੁਣ ਜਦੋਂ ਗਿਆਨੀ ਜੈਲ ਸਿੰਘ ਦੀ ਇੰਦਰਾ ਗਾਂਧੀ ਨਾਲ ਹੁੰਦੀ ਆ, ਤੇ ਉਹ ਕਹਿੰਦੀ ਜੀ ਬਹੁਤ ਹੋ ਗਈਆਂ ਗੱਲਾਂ, ਉਹ ਬਹੁਤ ਹੋ ਗਈਆਂ ਗੱਲਾਂ। ਗਿਆਨੀ ਜੀ ਦੇ ਬਹੁਤ ਸਮਝਦਾਰ ਸੀ, ਬਹੁਤ ਮਤਲਬ ਛਾਤਰ ਆਦਮੀ ਸੀ। ਉਹਨਾਂ ਨੇ ਝੱਟ ਸਮਝ ਲਿਆ ਵੀ ਮੇਰਾ ਭਾਣਾ ਵਰਤਾਉਣ ਲੱਗੀ ਆ ਇੰਦਰਾ ਗਾਂਧੀ। ਤੇ ਇੰਦਰਾ ਗਾਂਧੀ ਕਹਿੰਦਾ ਜੀ ਜਦੋਂ ਮੈਂ ਜੀਦਾ ਵਾਪਸ ਆਇਆ ਤਾਂ ਫੇਰ ਹੀ ਕਰਾਂਗਾ ਗੱਲ। ਤੇ ਈਵਨ ਤੁਸੀਂ ਹੁਣ ਗਰੇਵਾਲ ਸਾਹਿਬ, ਮੈਂ ਤੁਹਾਨੂੰ ਇੱਕ ਯਾਦ ਦਿਵਾਉਣਾ ਚਾਹੁੰਦਾ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਇਹਨਾਂ ਦੇ ਫਾਦਰ ਯਾਦਵਿੰਦਰ ਸਿੰਘ ਨੇ ਆਪਣੇ ਸਿੱਖ ਜਦੋਂ ਆਪਣੇ 1947 ਤੋਂ ਬਾਅਦ ਇੰਦਰਾ ਗਾਂਧੀ ਨੂੰ ਕਾਫੀ ਚਿੱਠੀਆਂ ਲਿਖੀਆਂ ਸੀ। ਹੁਣ ਮੈਨੂੰ ਪੂਰਾ ਚੇਤਾ ਨਹੀਂ ਆ ਰਿਹਾ ਉਸ ਵਿਸ਼ੇ ਤੇ, ਪਰ ਲਿਖੀਆਂ ਸੀਗੀਆਂ ਕਿਸੇ ਵਿਸ਼ੇ ਤੇ ਵਿਰੋਧ ਵਜੋਂ ਦਰਜ ਕਰਾਉਣ ਨੂੰ। ਤੇ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ, ਮੇਰੇ ਖਿਆਲ ਫਲੋਰਾ ਸਾਹਿਬ ਨੂੰ ਦੱਸਣਾ ਕਹਿਣਾ ਚਾਹੁੰਦੇ ਇਸ ਮਾਮਲੇ ਤੇ ਕੁਛ। ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਉਹਨਾਂ ਦੀ ਮੌਤ ਸ਼ੱਕੀ ਸੀ, ਜੇ ਉਹਨਾਂ ਨੂੰ ਮੈਸਾਡੋਰ ਲਾਤਾ ਤੇ ਮੁੜ ਕੇ ਕਹਿੰਦੇ ਜੀ ਮਰ ਗਿਆ, ਤੇ ਮਤਲਬ ਗੱਲ ਖਤਮ। ਬਿਲਕੁਲ ਸੱਚ ਹੈ ਜੀ, ਇਹ ਬਿਲਕੁਲ ਇੱਕਦਮ ਸਹੀ ਦਰੁਸਤ ਗੱਲ ਕੀਤੀ ਤੁਸੀਂ। ਉਹ ਯਾਦਵਿੰਦਰ ਸਿੰਘ ਹੁਣਾਂ ਨੇ ਇਸ ਚੀਜ਼ ਦੀ ਖਿਲਾਫਤ ਕੀਤੀ ਸੀ ਕਿ ਤੁਸੀਂ ਜਿਹੜਾ ਆ ਪੰਜਾਬ ਨੂੰ ਆਪਣੇ ਵਿੱਚ ਨਹੀਂ ਲਾ ਸਕਦੇ, ਕਿਉਂਕਿ ਉਹ ਦੇਖ ਚੁੱਕਿਆ ਸੀ ਕਸ਼ਮੀਰ ਦਾ ਇਹਨਾਂ ਨੇ ਮੁੜ ਕੇ ਕੀ ਹੱਲ ਕੀਤਾ, ਕਸ਼ਮੀਰ ਦੇ ਨਾਲ ਉਹਨਾਂ ਨੇ ਉਸ ਵੇਲੇ ਕੀ ਕੀਤਾ ਸੀਗਾ। ਜਿਹੜਾ ਮਹਾਤਮਾ ਗਾਂਧੀ ਸ਼ਾਂਤੀ ਦੇ ਦੂਤ ਵਜੋਂ ਪ੍ਰਚਾਰਿਆ ਗਿਆ, ਉਸੇ ਮਹਾਤਮਾ ਗਾਂਧੀ ਨੇ ਬਕਾਇਦਾ ਇਹਨਾਂ ਦੀ ਅਰਦਾਸ ਕਰਕੇ ਜਿਹੜੀ ਸੀ ਇੰਡੀਅਨ ਏਅਰ ਫੋਰਸ ਆਰਮੀ ਨੂੰ ਉੱਥੇ ਬੰਬ ਸੁੱਟਣ ਵਾਸਤੇ ਭੇਜਿਆ ਸੀ ਸਿਵਲੀਅਨਸ ਦੇ ਉੱਤੇ। ਸੋ ਇਹ ਤਿਆਰੀਆਂ ਦੇ ਮਹਾਰਾਜਾ ਜਿਹੜਾ ਸੀ ਉਹ ਖਿਲਾਫ ਸੀ। ਉਹ ਕਹਿੰਦਾ ਸੀ ਨਹੀਂ, ਸਾਨੂੰ ਆਪਣੇ ਮੁਲਕ ਦੀ ਗੱਲ ਕਰਨੀ ਚਾਹੀਦੀ। ਪਰ ਉਸ ਵੇਲੇ ਜਿਹੜਾ ਸੀਗਾ ਨਹਿਰੂ ਸੀ, ਉਹਦੇ ਬਿਆਨ ਸੀਗਾ ਕਿ ਸਰਦਾਰ ਜੀ ਤੁਹਾਡੀ ਜਿਹੜੀ ਟ੍ਰੇਨ ਹੈ ਹੁਣ ਲੰਘ ਚੁੱਕੀ ਹੈ, ਹੁਣ ਇਹ ਕੰਮ ਨਹੀਂ ਹੋਣਾ। ਉਹ ਮੈਂ ਐਡ ਕਰ ਦਵਾਂ, ਉਹ ਉੜੀਸਾ ਦੇ ਕਿਸਾਨਾਂ ਤੇ ਬੰਬ ਸਿੱਟੇ ਸੀ।
ਬੰਬਾਰੀ ਕੀਤੀ ਸੀ। ਉੱਥੇ ਸੁੱਟੇ ਗਏ ਜੀ। ਹੈਦਰਾਬਾਦ ਨੂੰ ਇਹਨਾਂ ਨੇ ਜ਼ਬਰਦਸਤੀ ਕਾਬੂ ਕੀਤਾ। ਕਸ਼ਮੀਰ ਜਿਹੜਾ ਉਹਨੂੰ ਜ਼ਬਰਦਸਤੀ ਨਾਲ ਬਾਅਦ ਵਿੱਚ ਆਪਣੇ 'ਚ ਐਡ ਕੀਤਾ। ਇਹ ਸਾਰੀਆਂ ਚੀਜ਼ਾਂ ਉਸੇ ਸਮੇਂ ਦੀ ਬ੍ਰੈਕਟ ਦੇ ਵਿੱਚ ਹੀ ਉਸੇ ਤਰ੍ਹਾਂ 'ਚ ਹੀ ਵਾਪਰਦੇ ਨੇ। ਠੀਕ। ਬਾਠ ਸਾਹਿਬ, ਇਹੀ ਸਵਾਲ ਤੁਹਾਡੇ ਤੱਕ ਵੀ ਹੈ ਜੀ। ਕੱਲ ਤੁਸੀਂ ਸਿੱਖ ਲੀਡਰਸ਼ਿਪ ਦੀ ਕਰਦੇ ਹੋ ਸਰ। ਹਾਂਜੀ। ਇੱਕ ਕੌਮ ਦੀ ਇੱਕ ਬਦਕਿਸਮਤੀ ਰਹੀ ਹੈ ਕਿ ਸਾਨੂੰ ਆਪਣਿਆਂ ਨੇ ਹੀ ਦਗਾ ਕੀਤਾ, ਸਾਡੇ ਨਾਲ ਪਿੱਠ ਦਿਖਾਈ ਹੈ ਸਮੇਂ ਸਮੇਂ ਤੇ। ਸਾਨੂੰ ਪਤਾ ਹੈ ਜਦੋਂ ਤੱਕ ਦੇਖੋ ਰਾਜਨੀਤੀ ਜਿਹੜੀ ਹੈ ਉਹ ਧਰਮ ਲਈ ਨਹੀਂ ਬਣੀ, ਧਰਮ ਰਾਜਨੀਤੀ ਲਈ ਬਣਿਆ। ਹਾਂਜੀ, ਠੀਕ ਹੈ ਜੀ। ਸੋ ਧਰਮ ਦੇ ਥੱਲੇ ਰਾਜਨੀਤੀ ਆਉਂਦੀ ਆ, ਧਰਮ ਦੇ ਥੱਲੇ ਅਸੀਂ ਸਾਰੇ ਇਨਸਾਨ ਆਉਂਦੇ ਆ। ਲੇਕਿਨ ਅੱਜ ਜਿਉਂ-ਜਿਉਂ ਸਮਾਂ ਪਿਆ, ਇਹ ਜਿਹੜੇ ਅਖੌਤੀ ਲੀਡਰ ਸਾਡੇ ਜਿਹੜੇ ਗਦਾਰ ਨੇ, ਇਹਨਾਂ ਨੇ ਧਰਮ ਨੂੰ ਰਾਜਨੀਤੀ ਦੇ ਥੱਲੇ ਲਾਇਆ। ਸਾਡਾ ਜਿਹੜਾ ਇੱਕ ਸਮੁੱਚੀ ਸੋਚ ਸੀ, ਜਿਹੜਾ ਕਰੈਕਟਰ ਸੀ ਸਾਡਾ, ਉਹ ਗੰਧਲਾ ਹੋਇਆ। ਤੇ ਉਹਦਾ ਨਤੀਜਾ ਇਹ ਹੈ ਕਿ ਵਿਕੇ ਨੇ, ਕਾਣੇ ਸੀ ਜੋ ਕਿ ਆਪ ਕਰਪਟ ਸੀਗੇ। ਆਪਣੇ ਪਰਿਵਾਰਾਂ ਨੂੰ, ਆਪਣੇ ਸੌੜੀ ਹਿੱਤਾਂ ਦੀ ਖਾਤਰ ਇਹਨਾਂ ਨੇ ਸਾਡੀ ਕੌਮ ਨੂੰ ਸਮੇਂ-ਸਮੇਂ ਤੇ ਵੇਚਿਆ। ਸੋ ਮੈਂ ਇਹੀ ਗੱਲ ਕਹੂੰਗਾ, ਜਿਹੜਾ ਉੱਠਦਾ ਸੀ, ਜਿਹੜਾ ਆਵਾਜ਼ ਉਠਾਉਂਦਾ ਸੀ, ਉਹਨੂੰ ਇਹ ਉੱਠਣ ਨਹੀਂ ਸੀ ਦਿੰਦੇ। ਅੱਜ ਵੀ ਆਪਾਂ ਦੇਖ ਲਓ ਕੀ ਹੋ ਰਿਹਾ, ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ, ਕਿਸਾਨ ਦੀ ਮੂਵਮੈਂਟ ਦੇ ਵਿੱਚ ਦੇਖ ਲਓ ਕੀ ਹੋ ਰਿਹਾ। ਇੱਕ ਰਾਤ ਨੂੰ ਇੱਕ ਬਿੱਲ ਤੇ ਇਕੱਠੇ ਹੁੰਦੇ ਨੇ ਸਾਰੇ, 24 ਘੰਟੇ ਨਹੀਂ ਪੈਂਦੇ ਤਾਂ ਫਿਰ ਆਪਣੀਆਂ ਪਾਰਟੀਆਂ ਆਪਣਾ ਜਿਹੜਾ ਢੋਲ ਵਜਾਉਣ ਲੱਗ ਪੈਂਦੀਆਂ ਨੇ। ਸੋ ਇਹ ਦੇਖਣਾ ਪਏਗਾ ਜੀ। ਠੀਕ ਆ, ਠੀਕ ਆ। ਮੈਂ ਥੋੜਾ ਜਿਹਾ ਹੁਣ ਆਪਾਂ ਹੋਰ ਅੱਗੇ ਵੱਧਦੇ ਹਾਂ। RSS ਦੇ ਜਿਹੜੇ ਉਸ ਸਮੇਂ ਦੇ ਚੀਫ ਸਨ, ਬਾਲਾ ਸਾਹਿਬ, ਉਹਨਾਂ ਨੇ ਜਿਹੜੇ ਸਿੱਖ ਦੰਗੇ ਹੁੰਦੇ ਨੇ ਇੰਦਰਾ ਗਾਂਧੀ ਦੀ ਕਤਲ ਤੋਂ ਬਾਅਦ, ਉਹਨਾਂ ਨੇ ਕਿਹਾ ਸੀ ਕਿ ਸਿੱਖਾਂ ਨੇ ਇਹ ਦੰਗੇ ਆਪਸ ਹੇੜੇ ਨੇ, ਇਹ ਡਿਜ਼ਰਵ ਕਰਦੇ ਨੇ, ਹਿੰਦੂਆਂ ਦਾ ਸਿੱਖਾਂ ਪ੍ਰਤੀ ਨਫ਼ਰਤ ਦੇ ਵਿੱਚੋਂ ਇਹ ਦੰਗੇ ਨਿਕਲੇ ਨੇ। ਸੋ ਹਾਲੇ ਤੱਕ ਮੈਂ ਇਸ ਚੀਜ਼ ਨੂੰ ਮੈਂ ਇੱਕ ਚੀਜ਼ ਨੂੰ ਦੁਰਸਤ ਕਰਨਾ ਚਾਹੁੰਦਾ ਕਿ ਸਾਨੂੰ ਇਹ ਗੱਲ ਕਹੀ ਜ਼ਰੂਰ ਜਾਂਦੀ ਹੈ, ਜਾਂ ਅਸੀਂ ਕਿਤੇ ਨਾ ਕਿਤੇ ਇਸ ਗੱਲ ਨੂੰ ਜ਼ਰੂਰ ਇਹ ਗੱਲ ਕਹਿੰਦੇ ਆ ਕਿ ਦੰਗੇ ਅਸਲ ਦੇ ਵਿੱਚ ਮੈਂ ਇਹ ਸੋਚਦਾ ਨਹੀਂ, ਬਲਕਿ ਜੋ ਇੱਕ ਸੱਚਾਈ ਆ, ਇਹ ਦੰਗੇ ਨਹੀਂ ਜੀ, ਇਹ ਇੱਕ ਕਤਲੇਆਮ ਸੀਗਾ, ਪੂਰਾ ਵੈਲ ਪਲਾਨਡ। ਉਹ ਕਤਲੇਆਮ ਕੀਤਾ ਗਿਆ, ਜੈਨੋਸਾਈਡ ਕੀਤਾ ਗਿਆ। ਹਾਂ, ਠੀਕ ਹੈ ਤੁਹਾਡੀ ਗੱਲ, ਠੀਕ ਹੈ। ਅਸੀਂ ਦੰਗੇ ਗਲਤ ਕਹਿੰਦੇ ਆ, ਜੈਨੋਸਾਈਡ ਸੀ। ਹਾਂਜੀ, ਹਾਂਜੀ, ਕੰਟੀਨਿਊ ਰੱਖੋ। ਚੱਟਾ ਸਾਹਿਬ ਤੁਸੀਂ ਰੱਖੋ, ਬੋਲੋਗੇ? ਕਰੋ, ਚਲੋ ਗੱਲ ਫੇਰ ਕਰਦੇ ਗੱਲ ਆਪਾਂ। ਹਾਂਜੀ ਫਲੋਰਾ ਸਾਹਿਬ। ਹਾਂਜੀ। ਸੋ ਇਹ ਜਿਹੜੀਆਂ ਅਸੀਂ ਗੱਲਾਂ ਹੁਣ ਕਰ ਰਹੇ ਹਾਂ, ਅਸਲ ਦੇ ਵਿੱਚ ਸਾਰੀਆਂ ਪੂਰੀਆਂ ਵੈਲ ਪਲਾਨਡ ਸੀਗੀਆਂ ਔਰ ਕਤਲੇਆਮ ਦੀ ਤਿਆਰੀ ਸੀਗੀ। ਕਮਾਲ ਦੀਆਂ ਗੱਲਾਂ ਇਹ ਨੇ ਕਿ ਉਸ ਵੇਲੇ ਦੀਆਂ ਅਗਰ ਅਖਬਾਰਾਂ ਕੱਢ ਕੇ ਦੇਖਦੇ ਹਾਂ ਔਨ ਰੈਕਡ ਕਿ ਸ੍ਰੀ ਦਰਬਾਰ ਸਾਹਿਬ ਤੋਂ ਹਮਲੇ ਤੋਂ ਪਹਿਲੋਂ, ਕਿ ਅਗਰ ਆ ਜਿਹੜੇ ਅਖੌਤੀ ਅਕਾਲੀ ਜਿਹੜੇ ਨੇ ਇਹ ਦਿੱਲੀ ਜਾ ਕੇ ਵਿਜ਼ਿਟ ਕਰਕੇ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਹਮਲਾ ਕਰੋ, ਕਿਤੇ ਭਿੰਡਰਾਂਵਾਲਾ ਆਹ ਕਰ ਦੇਗਾ, ਉਹ ਕਰ ਦੇਗਾ। ਨੰਬਰ 1। ਦੂਜੇ ਪਾਸੇ ਜਿਹੜੀ BJP ਸੀ, ਜਿਹੜੀ ਅੰਦਰੋਂ ਜੁੰਡਲੀ ਬਾਦਲਾਂ ਦੇ ਨਾਲ ਰਲੀ ਹੋਈ ਸੀ, ਉਹਨਾਂ ਨੇ ਕਈ ਥਾਵਾਂ ਦੇ ਮੁਜ਼ਾਹਰੇ ਕੀਤੇ, ਕਈ ਥਾਵਾਂ ਦੇ ਜਲੂਸ ਕੱਢੇ, ਇੱਥੇ ਬੈਨਰ ਫੜ ਕੇ ਉਹ ਸੈਂਟਰ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਸਿੱਖਾਂ ਨੂੰ ਦਬਾਉਣ ਵਾਸਤੇ ਦਰਬਾਰ ਸਾਹਿਬ ਤੇ ਹਮਲਾ ਕਰੋ। ਇਹਨਾਂ ਦੀ ਪੂਰੀ ਇੱਕ ਜਿਹੜੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੰਮ ਹੋਇਆ, ਕਿਸੇ ਇੱਕ ਦੀ ਸਹਿਮਤੀ ਨਾਲ ਇਹ ਕੰਮ ਨਹੀਂ ਹੋਇਆ। ਹਾਂਜੀ, ਮੈਂ ਇੱਥੇ ਇੱਕ ਐਡ ਕਰਨੀ ਚਾਹੁੰਦਾ ਵੀ ਜਿੱਦਾਂ ਨਾ ਆਪਣੇ ਬਾਠ ਸਾਹਿਬ ਨੇ ਦੱਸਿਆ ਕਿ ਸਾਰਿਆਂ ਦਾ ਮੂੰਹ ਬੰਦ ਕਰਾਉਣ ਲਈ ਨਾਲ ਲਿਆ ਗਿਆ, ਇਸੇ ਤਰ੍ਹਾਂ ਇੰਦਰਾ ਗਾਂਧੀ ਨੇ RSS ਦਾ ਮੇਰੇ ਖਿਆਲ 1982 ਦੇ ਵਿੱਚ ਸਮਝੌਤਾ ਕੀਤਾ ਸੀ, ਬਕਾਇਦਾ ਇਹ ਔਨ ਰਿਕਾਰਡ ਗੱਲ ਆ। ਤੇ RSS ਦੇ ਮੇਰੇ ਖਿਆਲ 17 ਬੰਦਿਆਂ ਦੇ ਉੱਤੇ ਕੇਸ ਵੀ ਕਤਲੇਆਮ ਦਾ ਦਰਜ ਹੋਇਆ ਸਿੱਖਾਂ ਦਾ। ਜੀ ਬਿਲਕੁਲ ਜੀ। ਔਰ ਜਿੰਨੇ ਵੀ ਕਤਲੇਆਮ ਦੇ ਵਿੱਚ ਜਿਹੜੇ ਕੇਸ ਜਿਹੜੇ ਉੱਥੇ ਈਵਨ ਫਾਈਲ ਕੀਤੇ ਗਏ ਔਰ ਰਜਿਸਟਰ ਗਾਇਬ ਕਰ ਦਿੱਤੇ ਗਏ, ਕੋਈ ਔਨ ਦਾ ਰੈਕੋਰਡ ਕੁਝ ਨਹੀਂ ਰੱਖਿਆ ਗਿਆ। ਸਿੱਖਾਂ ਵਾਸਤੇ ਇਨਸਾਫ ਦੇ ਸਾਰੇ ਦਰਵਾਜ਼ੇ ਬੰਦ ਕੀਤੇ ਗਏ ਔਰ ਉਹਨਾਂ ਨੇ ਬਿਲਕੁਲ ਇਸ ਚੀਜ਼ ਨੂੰ ਭੁਲਾ ਦਿੱਤਾ ਕਿ ਸਿੱਖ ਜਿਹੜੇ ਨੇ ਇਹ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਦਰਵਾਜ਼ੇ ਦੇ ਉੱਤੇ ਜਾ ਕੇ ਖੜੇ ਹੋਣਗੇ ਤੇ ਅਸੀਂ ਇਹਨਾਂ ਵਾਸਤੇ ਕੁਝ ਕਰਨ ਵਾਸਤੇ ਰਾਹ ਨਹੀਂ ਛੱਡਾਂਗੇ। ਪਰ ਉਹ ਭੁੱਲ ਗਏ ਸੀ ਕਿ ਸਿੱਖ ਜਿਹੜੇ ਨੇ ਉਹ ਜਿੰਨਾ ਤੁਸੀਂ ਦਬਾਉਂਦੇ ਹੋ, ਉਹਨਾਂ ਦਾ ਅਪਰਾਈਜ਼ ਹੋਣਾ, ਉਹਨਾਂ ਹੀ ਉਹਨਾਂ ਨੇ ਅੱਗੇ ਆ ਕੇ ਵਧਣਾ ਹੈਗਾ। ਠੀਕ ਆ। ਇੱਕ ਮੈਂ ਇੱਥੇ ਹੋਰ ਐਡ ਕਰਨੀ ਚਾਹੁੰਦਾ, ਰਬੇਰੋ ਅੱਜ ਕੱਲ ਉਹਦਾ ਕਾਫੀ ਨਿਰਾਸ਼ਾਜਨਕ ਉਹਦੀਆਂ ਆਰਟੀਕਲ ਆਉਂਦੇ ਆ। ਹਾਂਜੀ, ਵੈਸੇ ਉਹਨੇ ਜੋ ਭੂਮਿਕਾ ਪੰਜਾਬ 'ਚ ਨਿਭਾਈ ਆਪਾਂ ਨੂੰ ਪਤਾ ਆ, ਪਰ ਜਦੋਂ ਨਾ 1984 ਦੇ ਵੇਲੇ ਉਹਦੀ ਬਾਇਓਗ੍ਰਾਫੀ 'ਚ ਵੀ ਲਿਖੀ ਹੈ ਗੱਲ, ਇਹ ਸਹੀ ਵੀ ਆ, ਪਰ ਉੱਥੇ ਸਿੱਖਾਂ ਨੂੰ ਬਚਾਉਣ ਲਈ ਉਹਨੇ ਇੱਕਦਮ ਸਟੈਂਡ ਲੈ ਲਿਆ ਸੀ ਤੇ ਉਹਨੂੰ ਮੁੜ ਕੇ ਗੁਰਦੁਆਰਾ ਸਿੰਘ ਸਭਾ
ਬੰਬਈ ਦੇ ਪਤਾ ਨਹੀਂ ਦਾਦਰ ਦੇ ਉੱਥੇ ਸੱਦ ਕੇ ਉਹਨੂੰ ਸਰੋਪਾ ਵੀ ਦਿੱਤਾ, ਸਿਰੋਪਾ ਦਿੱਤਾ ਗਿਆ ਸੀਗਾ ਜੀ, ਸਿਰੋਪਾ ਦਿੱਤਾ ਗਿਆ ਸੀਗਾ। ਔਰ ਜਿਹੜੀ ਨੂੰ ਅੱਜ ਸਹੀ ਕੰਮ ਹੈ ਉਹ ਵੀ ਆਪਾਂ ਨੂੰ ਚਰਚਾ ਕਰ ਲੈਣੀ ਚਾਹੀਦੀ। ਜਨਰਲ ਰਿਬੋਰੋ ਜਿਹੜਾ ਸੀਗਾ ਉਹ ਅੱਜ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਜਿਹੜਾ ਆ ਸਿੱਖਾਂ ਦੇ ਨਾਲ ਧੱਕਾ ਹੋਇਆ, ਕਿਉਂਕਿ ਜਦੋਂ ਉਹਨੂੰ ਅਹਿਸਾਸ ਹੋਇਆ ਕਿ ਉਹ ਇੱਕ ਕ੍ਰਿਸਚੀਅਨ ਕਮਿਊਨਿਟੀ ਮਾਈਨੋਰਿਟੀ 'ਚ ਆ, ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਧੱਕੇ ਹੋ ਰਹੇ ਨੇ, ਤੇ ਹੁਣ ਉਹ ਜਿਹੜਾ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਇਸ ਗੱਲ ਨੂੰ ਉਭਾਰ ਕੇ ਕਰਦਾ ਹੈ, ਉਭਾਰ ਰਿਹਾ, ਉਹ ਗੱਲ ਉਭਾਰ ਰਿਹਾ। ਠੀਕ ਹੈ, ਮੈਂ ਬਾਟ ਸਾਹਿਬ ਕੋਲੇ ਆਉਣਾ ਚਾਹੂੰਗਾ ਇਸ ਵਿਸ਼ੇ ਦੇ ਉੱਤੇ, ਉਹਨਾਂ ਦੇ ਵਿਚਾਰ ਜਾਣਨੇ ਚਾਹਾਂਗੇ। ਤਾਂ ਬਾਟ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਤੁਸੀਂ ਗਰੇਵਾਲ ਸਾਹਿਬ RSS ਦੀ ਗੱਲ ਕੀਤੀ ਹੈ, ਔਰ ਮੇਰੇ ਵਿਚਾਰ ਨੂੰ ਕੋਈ ਵੀ ਗਲਤ ਨਾ ਲਵੇ, ਚਾਹੇ ਜਿਹੜਾ ਹਿੰਦੂ ਭੈਣ ਭਰਾ ਹੈ, ਕੋਈ ਮੁਸਲਮਾਨ ਹੈ, ਕਿਸੇ ਧਰਮ ਦਾ। ਦੇਖੋ, ਧਾਰਮਿਕ ਸੋਚ ਹੋਈ ਹੈ। ਹਾਂਜੀ, ਸੋ ਸਿੱਖੀ ਜਿਹੜੀ ਹੈ, ਸਿੱਖ ਧਰਮ ਤੇ ਹਿੰਦੂ ਧਰਮ ਬੜੀਆਂ ਚੀਜ਼ਾਂ ਤੇ ਆਮੋ ਸਾਹਮਣੇ ਆ ਕੇ ਖੜਦੀ ਹੈ, ਟੋਟਲੀ ਡਿਫਰੈਂਟ ਸੋਚ ਹੈ। ਹਾਂਜੀ, ਸੋ ਜਿਹੜਾ RSS ਹੈ ਜੀ, ਇਹ ਜਿਹੜਾ ਹਿੰਦੂ ਧਰਮ ਹੈ, ਇਹਦਾ ਇਹ ਪੈਰੋਕਾਰ ਬਣਦਾ, ਇਹਦਾ ਇੱਕ ਮੋਢੀ ਬਣਦਾ, ਇੱਕ ਉਹ ਧਿਰਾ ਜਿਹੜਾ ਕਿ ਆਪਣੀ ਸੋਚ ਨੂੰ। ਚੱਠਾ ਸਾਹਿਬ ਤੁਸੀਂ ਆਪਣੇ ਆਪ ਨੂੰ ਮਿਊਟ ਕਰ ਲਓ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਪਿੱਛੋਂ ਐਕੋ ਹੋ ਕੇ। RSS ਆਪਣੀ ਜਿਹੜੀ ਸੋਚ ਹੈ ਜੀ, ਉਹਨੂੰ ਉਹ ਇਸ ਦੇਸ਼ ਦੇ ਉੱਤੇ ਲਾਗੂ ਕਰਨਾ ਚਾਹੁੰਦਾ ਰਿਹਾ ਸ਼ੁਰੂ ਤੋਂ, ਡੇ 1 ਤੋਂ। ਉਹਨਾਂ ਦੀ ਇੱਕ ਅਲੱਗ ਸੋਚ ਰਹੀ ਹੈ, ਜਿਹੜੀ ਕਿ ਆਪਾਂ ਅੱਜ ਦੇਖ ਰਹੇ ਹਾਂ। ਅੱਜ ਜਦੋਂ ਮੌਕਾ ਮਿਲਦਾ ਤਾਂ RSS ਇਸ ਹੱਦ ਤੱਕ ਇਹ ਪਹੁੰਚਿਆ। ਸਿੱਖ ਧਰਮ ਦੇ ਵਿੱਚ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਇੰਟਰਫੇਅਰ ਕੀਤਾ, ਸਿੱਧੇ ਲੁਕਵੇਂ ਤਰੀਕੇ ਦੇ ਨਾਲ ਵੀ ਕੀਤਾ, ਸਿੱਧਾ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਰ ਰਹੇ ਨੇ। ਸੋ ਸਾਡੀ ਜਿਹੜੀ ਦੋ ਸੋਚ, ਸਿੱਖੀ ਦੀ ਪਿਓਰ ਸੋਚ ਤੇ ਜਿਹੜੀ ਇਹ RSS ਦੀ ਸੋਚ ਆ, ਉਹ ਕਦੀ ਮੇਲ ਖਾਂਦੀਆਂ ਹੀ ਨਹੀਂ, ਉਹ ਟਕਰਾਅਬਾਜ਼ੀ ਰਹੀ ਹੈ। ਹੁਣ ਗੱਲ ਹੈਗੀ ਇੱਕ ਦੂਜੇ ਤੇ ਹਾਵੀ ਹੋਣ, ਕਿਉਂਕਿ ਰਾਜ ਇਹਨਾਂ ਦਾ, ਇਹ ਆਪਣੇ ਇਸ ਰਾਜ ਦੇ ਵਿੱਚ ਹਰ ਹੀਲਾ ਵਸਾ ਰਹੇ ਨੇ ਕਿ ਜਿਹੜਾ ਦੇਸ਼ ਹੈ ਇੱਕ ਰੰਗ ਦੇ ਵਿੱਚ ਰੰਗਿਆ ਜਾਵੇ, ਪਰ ਇੱਕ ਰੰਗ ਕਦੀ ਜਿਹੜੀਆਂ ਬੇਸਿਕ ਤੁਹਾਡੇ ਸਿਟੀਜ਼ਨ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਨਹੀਂ ਕਰਦਾ ਹੁੰਦਾ। ਸਰ, ਰੋਟੀ, ਕੱਪੜਾ, ਮਕਾਨ ਜਿਹੜੀਆਂ ਨੇ, ਆਜ਼ਾਦੀ ਜਿਹੜੀ ਹੈ, ਵਾਤਾਵਰਨ ਜਿਹੜਾ ਹੈ, ਇੱਕ ਰੰਗ ਨਹੀਂ, ਇੱਕ ਸਿਸਟਮ ਤੁਹਾਨੂੰ ਉਹ ਕਰਦਾ। ਜਦੋਂ ਤੱਕ ਉਹ ਸਿਸਟਮ ਤੁਹਾਡੇ ਹਰ ਸਿਟੀਜ਼ਨ ਦੇ ਲਈ ਫੇਅਰ ਨਹੀਂ ਹੈਗਾ, ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ। ਤੇ ਤਾਈਓ ਇਸ ਹਾਲਾਤਾਂ ਦੇ ਵਿੱਚ ਵੀ ਇਹ ਦੇਸ਼ ਗੁਜ਼ਰ ਰਿਹਾ ਹੈ। ਠੀਕ ਆ, ਅੱਜ ਇੱਕ ਪੁਆਇੰਟ ਫਲੋਰਾ ਸਾਹਿਬ ਵੱਲੋਂ ਵੈਸੇ ਉਠਾਇਆ ਗਿਆ ਸੀ ਇਹ ਪੁਆਇੰਟ, ਤੇ ਉਹ ਕਹਿੰਦੇ ਸੀ ਕਿ ਜੋ ਕੰਮ ਕੇਜਰੀਵਾਲ ਜਿਸ ਢੰਗ ਦੀ ਖੇਡ ਰਿਹਾ, ਉਹ ਇੱਕ ਪਾਸੇ ਸਿੱਖਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਵੀ ਕਰ, ਉਹ ਜਿਹੜੀ ਹਿੰਦੂਤਵ ਜਾਂ ਹਿੰਦੂਤਵੀ ਜਾਂ ਹਿੰਦੂ ਵੋਟ ਬੈਂਕ ਆ, ਉਹ ਉਹਨਾਂ ਨੂੰ ਵੀ ਖੁਸ਼ ਕਰਨਾ ਚਾਹੁੰਦਾ। ਇੱਕ ਪਾਸੇ ਉਸਨੇ ਸ਼ਰਧਾਂਜਲੀ ਦਿੱਤੀ ਇੰਦਰਾ ਗਾਂਧੀ ਨੂੰ ਉਸਦੇ ਕਤਲ ਦੇ ਉੱਤੇ, ਉਸ ਦੀ ਮੌਤ ਦੇ ਉੱਤੇ, ਤੇ ਦੂਜੇ ਪਾਸੇ ਉਸਨੇ ਹੁਣ 84 ਦੇ ਦੰਗਿਆਂ ਬਾਰੇ ਵੀ ਇਦਾਂ ਦੀਆਂ ਸਟੇਟਮੈਂਟ ਆ ਗਈਆਂ ਨੇ। ਕੇਜਰੀਵਾਲ ਬਾਰੇ ਫਲੋਰਾ ਸਾਹਿਬ ਮੈਂ ਜਾਣਨਾ ਚਾਹੂੰਗਾ ਕਿ ਤੁਸੀਂ ਕੀ ਕਹਿਣਾ ਚਾਹੋਗੇ? ਕੇਜਰੀਵਾਲ ਜੋ ਹੈ ਜੀ, ਮੈਂ ਬੜੇ ਦੇਰ ਤੋਂ ਇਹ ਗੱਲ ਜਿਹੜੀ ਕੱਢ ਕੇ ਖਬਰ ਲੈਂਦੀ, ਕੇਜਰੀਵਾਲ ਜੋ ਹੈ ਕੋਈ ਵੱਖਰੀ ਕੋਈ ਪਾਰਟੀ ਨਹੀਂ ਹੈ, ਉਹਨੂੰ ਮੈਂ BJP ਦੀ ਜਿਹੜੀ ਹੈ, ਮੈਂ B ਪਾਰਟੀ ਇਹ ਮੈਂ ਸਮਝਦਾ ਹਾਂ। ਜਿਹੜੇ ਕਿ ਜਿਸ ਤਰ੍ਹਾਂ ਕਿ ਅਸੀਂ CIA ਸਟਾਫ ਦੇ ਵਿੱਚ ਪਹਿਲਾਂ ਤੇ ਪੁਲਿਸ ਵਾਲੇ ਇੱਕ ਕੁੱਟਣ ਵਾਲੇ ਰੱਖੇ ਹੁੰਦੇ ਨੇ, ਮੁੜ ਕੇ ਜਦੋਂ ਉਹ ਬੰਦੇ ਨੂੰ ਕੁੱਟ ਕੇ ਹਟ ਜਾਂਦੇ, ਮੁੜ ਕੇ ਉਹਨਾਂ ਨੇ ਇੱਕ ਦੂਜੇ ਪੁਲਿਸ ਵਾਲੇ ਸਾਈਕੋਲੋਜੀਕਲੀ ਉਹਨਾਂ ਨੂੰ ਸੌਫਟ ਪੁਆਇੰਟ ਤੇ ਲਿਆਉਣ ਵਾਸਤੇ ਅਪਰਾਧੀ ਨੂੰ ਉਸ ਤਰੀਕੇ ਵਰਤ ਰਹੇ ਨੇ ਕਿ ਵੀ ਤੇਰੇ ਨਾਲ ਬਹੁਤ ਮਾੜਾ ਹੋਇਆ, ਇਹ ਹੋਣਾ ਨਹੀਂ ਚਾਹੀਦਾ, ਉਹਨੂੰ ਦਵਾਈ ਵੀ ਦੇਣਗੇ, ਹਲਦੀ ਵਾਲੇ ਦੁੱਧ ਵੀ ਦੇਣਗੇ। ਸੋ ਇਹ ਜਿਹੜਾ ਪੋਰਸ਼ਨ ਆ ਪੂਰਾ ਪ੍ਰੋਪਰਲੀ ਵੈਲ ਪਲੈਨਡ ਪਲੇ ਕੀਤਾ ਜਾ ਰਿਹਾ ਸਿੱਖਾਂ ਦੇ ਨਾਲ। ਕੇਜਰੀਵਾਲ ਜਿਹੜਾ ਆ ਲਾਲਾ ਆ, ਉਹ ਸਿੱਖਾਂ ਦੇ ਹੱਕ ਜਾਂ ਪੰਜਾਬ ਦੇ ਹੱਕ ਦੀ ਹਰ ਗੱਲ ਤੋਂ ਹਮੇਸ਼ਾ ਹੀ ਪਿੱਠ ਦਿਖਾ ਕੇ ਦੌੜਿਆ। ਸੋ ਇਹ ਉਹਦੀਆਂ ਚਾਲਾਂ ਜਿਹੜੀਆਂ ਨੇ, ਹੁਣ ਮੇਰਾ ਖਿਆਲ ਸੂਝਵਾਨ ਸਿੱਖ ਜਿਹੜੇ ਨੇ ਉਹ ਬੜੀ ਬਖੂਬੀ ਸਮਝਦੇ ਨੇ। ਚੱਠਾ ਸਾਹਿਬ, ਹਾਂਜੀ, ਉਹ ਇੱਕ ਗੁੱਡ ਕਾਪ ਬੈਡ ਕਾਪ ਵਾਲਾ ਰੋਲ ਆ ਉਹ ਕਰ ਰਿਹਾ ਵੀ ਪੁਲਿਸ ਵਾਲਿਆਂ ਦੇ ਵਿੱਚ ਹੁੰਦੇ ਆ, ਕੋਈ ਕੁੱਟਣ ਵਾਲੇ ਹੁੰਦੇ ਆ, ਫਲੋਰਾ ਸਾਹਿਬ ਤੁਸੀਂ ਮਿਊਟ ਕਰ ਲਓ ਆਪਣੇ ਆਪ ਨੂੰ ਜੀ, ਪਿਆਰ ਨਾਲ। ਇੱਕ ਹੁੰਦੇ ਆ ਨਾ ਵੀ ਗੁੱਡ ਕਾਪ ਬੈਡ ਕਾਪ, ਆਪਾਂ ਸਾਂਝਾ ਸਮਝਦੇ ਸਾਰੇ ਵੀ ਪੁਲਿਸ ਵਾਲਿਆਂ ਦੇ ਵਿੱਚ ਇੱਕ ਕੁੱਟਣ ਵਾਲੇ ਹੁੰਦੇ ਤੇ ਇੱਕ ਦੂਜੇ ਹੁੰਦੇ, ਤੂੰ ਕਹਿਣਾ ਮੰਨ ਲਾ, ਕਹਿਣਾ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਆ। ਉਹ ਕੇਜਰੀਵਾਲ ਉਹ ਰੋਲ ਅਦਾ ਕਰ ਰਿਹਾ। ਵੈਸੇ ਤੁਹਾਨੂੰ ਮੈਂ ਇੱਕ ਗਰੇਵਾਲ ਸਾਹਿਬ, ਮੈਂ ਤਾਂ ਅੱਗੇ ਵੀ ਚਰਚਾ ਕੀਤੀ ਸੀ, ਤੇ ਜਦੋਂ ਨਾ ਅਜੀਤ ਆਪਣੇ ਕੁਮਾਰ ਗੌਰਵ ਦੀ ਇੱਕ ਵਾਰੀ ਪਾਰਟੀ ਹੋਈ ਸੀ, ਉਹਨੇ ਜਾਂ ਬਰਥਡੇ ਪਾਰਟੀ ਕੀਤੀ ਸੀ, ਉਹ ਅਜੀਤ ਡੋਵਲ ਆਇਆ, ਬੜੀ ਚਰਚਾ 'ਚ ਹੋਈ ਸੀ ਗੱਲ। ਕੁਮਾਰ ਵਿਸ਼ਵਾਸ, ਹਾਂ, ਕੁਮਾਰ ਵਿਸ਼ਵਾਸ, ਸੌਰੀ। ਤੇ ਉਦੋਂ ਉਹ ਪਾਰਟੀ ਬੜੀ ਚਰਚਾ 'ਚ ਆਈ ਸੀ, ਜੇ ਸਾਰੇ ਸੀ, ਤੇ ਉੱਥੇ ਡੋਵਲ ਨੇ ਆਣ ਕੇ ਇਹ ਗੱਲ ਕੇਜਰੀਵਾਲ ਨੂੰ, ਥੋੜੇ ਜਿਹੇ ਬੰਦੇ ਸੀ ਕਈ ਕਿ
ਜੋ ਪ੍ਰੋਜੈਕਟ ਤੇ ਤੂੰ ਆਉਣਾ ਪੰਜਾਬ ਚ ਆ ਜਾ ਬੇਸ਼ੱਕ, ਪਰ ਜੋ ਪ੍ਰੋਜੈਕਟ ਸਾਡੇ RSS ਦੇ ਚੱਲਦੇ ਆ ਉਹ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਤੇ ਹੋਰ ਵੀ ਕਈ ਗੱਲਾਂ ਕੀਤੀਆਂ ਤੇ ਉਸ ਤੋਂ ਬਾਅਦ ਕੇਜਰੀਵਾਲ ਮੈਂ ਸੁਣਿਆ ਵੀ ਬਿਲਕੁਲ ਹੀ ਚੁੱਪ ਜਿਹਾ ਹੀ ਕਰ ਗਿਆ ਸੀ। ਤੇ ਮੁੜ ਕੇ ਤਾਂ ਮੈਨੂੰ ਇਹ ਵੀ ਪਤਾ ਲੱਗਾ ਵੀ ਇਹਨੂੰ ਕਹਿਤਾ, ਉਹਨਾਂ ਨੇ ਕਹਿਤਾ ਵੀ ਤੂੰ ਪੈਸੇ ਵੀ ਜਿਹੜੇ ਮਾਕਮੂਲ ਆ ਵੀ ਜਿੱਤਣਾ ਤਾਂ ਦਹੀਂ ਤੈਨੂੰ, ਸਮਝ ਲਓ ਵੀ ਸਟੇਟ ਦੀ ਪਾਲਿਸੀ ਸੀਗੀ ਵੀ ਉਹਨਾਂ ਨੇ ਇਦਾਂ ਹੀ ਰੱਖਣਾ ਸੀ ਇੱਥੇ। ਮੈਂ ਤਾਂ ਇਦਾਂ ਜਾਣਦਾ। ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਨਹੀਂ ਸੀ ਚਾਹੁੰਦੀ ਸੈਂਟਰ। ਹਾਂ ਪਤਾ ਨਹੀਂ ਚਾਹੁੰਦੀ ਜਾਂ ਨਹੀਂ ਚਾਹੁੰਦੀ ਸੀ, ਪਰ ਜਿਹੜੇ ਗੱਲਾਂ ਨਿਕਲ ਕੇ ਆ ਰਹੀਆਂ ਉਹ ਇਹੀ ਆ। ਦੂਸਰੀ ਗੱਲ ਇਹ ਆ ਕਿ ਹੁਣ ਕੇਜਰੀਵਾਲ ਦਾ ਦੇਖੋ ਫਾਰਮਰ ਦੇ ਮਾਮਲੇ ਤੇ ਉਹਨੇ ਕੁਛ ਵੀ ਨਹੀਂ, ਕੋਈ ਸਟੈਂਡ ਨਹੀਂ, ਕੋਈ ਗੱਲ ਨਹੀਂ। ਉਹ ਜ਼ੋਰ ਲਾ ਰਿਹਾ ਵੀ ਕੇਜਰੀਵਾਲ ਨੂੰ ਪੰਜਾਬ ਚ ਆਵੇ, ਉਹ ਆਇਆ ਨਹੀਂ। ਤੇ ਕੇਜਰੀਵਾਲ ਦਾ ਜਿਹੜਾ ਇਹ ਹੈਗਾ ਕਿ ਉਹ ਹੈਗਾ ਵਿਵੇਕਾਨੰਦ ਫਾਊਂਡੇਸ਼ਨ ਦੀ ਪੈਦਾਇਸ਼। ਹਾਂਜੀ। ਤੇ ਵਿਵੇਕਾਨੰਦ ਫਾਊਂਡੇਸ਼ਨ ਦੀ ਉਸੇ ਫਾਊਂਡੇਸ਼ਨ ਦੀ ਪੈਦਾਇਸ਼ ਹੈਗਾ ਅਜੀਤ ਡੋਭਲ। ਤੇ ਜਿਹੜੇ ਡੋਲ ਚਲਾ ਰਿਹਾ ਨਾ ਜੀ ਉਹਨੂੰ। ਹਾਂ, ਜਿਹੜੇ ਤੁਸੀਂ ਸਮਝ ਲਓ ਵੀ ਜਿਹੜੇ ਉਹ ਵਿਵੇਕਾਨੰਦ ਫਾਊਂਡੇਸ਼ਨ ਦੀ ਪੈਦਾਇਸ਼ ਆ ਲੋਕ, ਆਪਾਂ ਹੁਣ ਸਾਰਿਆਂ ਨੂੰ ਪਤਾ ਵੀ ਇਹ ਜਿਹੜਾ ਅੰਨਾ ਹਜ਼ਾਰੇ ਵਾਲਾ ਮੂਵਮੈਂਟ ਆ ਉਹ ਸਾਰੀ ਸਟੇਟ ਨੇ ਕਿੱਦਾਂ ਖੜੀ BJP ਨੇ RSS ਨੇ ਕਿੱਦਾਂ ਖੜੀ ਕੀਤੀ ਵੀ ਕਾਂਗਰਸ ਨੂੰ ਇਸ ਹੱਦ ਤੱਕ ਭੰਡਣ ਲਈ, ਤੇ ਵੀ ਸਾਡਾ ਰਾਜ ਆ ਜਾਵੇ। ਰਾਜ ਤਾਂ ਚਲੋ ਉਹਨਾਂ ਸਟੇਟ ਏਜੰਸੀਆਂ ਨੇ ਲਿਆਉਣਾ ਹੁੰਦਾ, ਉਹ ਸਾਹਮਣੇ ਇੱਕ ਵਾਰੀ ਇੱਕ ਮੂਵਮੈਂਟ ਖੜੀ ਕਰਨੀ ਵੀ ਲੋਕਾਂ ਦਾ ਜਿਹੜਾ ਵਿਊ ਕ੍ਰੀਏਟ ਕਰ ਲਈ ਹੁੰਦਾ ਕਿ ਹਾਂ ਵੀ ਰੌਲਾ ਪੈ ਗਿਆ ਵੀ ਕਾਂਗਰਸ ਬਹੁਤ ਭ੍ਰਿਸ਼ਟ ਹੈ ਜੀ ਆ ਉਹ ਆ। ਮਤਲਬ ਉਹ ਇਸ ਤਰੀਕੇ ਨਾਲ ਆਇਆ। ਇਸ ਤਰੀਕੇ ਦੇ ਮੈਂ ਸਮਝਦਾ ਵੀ ਕੇਜਰੀਵਾਲ ਵੀ ਜਿਹੜਾ ਹੈਗਾ ਉਹ ਉਨਾ ਹੀ ਘਾਤਕ ਗਿਆ ਸਾਡੇ ਲਈ ਜਿੰਨਾ ਹੀ ਕਾਂਗਰਸ ਘਾਤਕ ਸੀ ਜਾਂ BJP ਘਾਤਕ ਆ। ਇਹ ਤਾਂ ਬਰਾਬਰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੌਕਾ ਮਿਲੇ ਸਿੱਖਾਂ ਨੂੰ ਤੇ ਸਹੀ ਸਾਡਾ ਕੋਈ ਅਲੱਗ ਘਰ ਬਣ ਜਾਵੇ, ਇਹ ਦੁਨੀਆਦਾਰੀ ਦੀਆਂ ਐਸੇ ਹਾਲਾਤ ਬਦਲ। ਤੇ ਮੈਂ ਬਾਠ ਸਾਹਿਬ को नहीं जाना चाहूंगा। शुक्रिया चट्टा साहब को कि टाइम बहुत लग रहा। बाठ साहब। ਗਰੇਵਾਲ ਸਾਹਿਬ, ਕੇਜਰੀਵਾਲ ਇੱਕ ਪੋਲੀਟੀਸ਼ੀਅਨ ਹੈ ਜੀ, ਜਿਹਨੇ ਇੱਕ ਮੌਕਾ ਉਹਦੇ ਹੱਥ ਲੱਗਿਆ ਤੇ ਉਹਨੇ ਉਸ ਨੂੰ ਵੇਲ ਕੀਤਾ। ਜਿੰਨੇ ਉਹਦੇ ਨਾਲ ਦੇ ਬੰਦੇ ਸੀਗੇ ਜਿਹੜੇ ਜੈਨੂਅਲੀ ਲੱਗੇ ਸੀ ਇਸ ਪਾਰਟੀ, ਸਾਰੇ ਇਹਨੂੰ ਛੱਡ ਕੇ ਬਾਹਰ ਚੁੱਕੇ ਨੇ, ਜਾਣੇ ਬਾਹਰ ਕਰਤੇ ਨੇ। ਜਿਹੜੇ ਤੁਸੀਂ ਕੁਮਾਰ ਵਿਸ਼ਵਾਸ ਦੀ ਗੱਲ ਕਰਦੇ ਹੋ, ਮੈਨੂੰ ਤਾਂ ਲੱਗਦਾ ਵੀ ਆਉਣ ਵਾਲੇ ਉਹ 5-7 ਸਾਲਾਂ ਚ ਹੋ ਸਕਦਾ ਇੱਕ ਬਾਬਾ ਬਣੂਗਾ, ਕਿਉਂਕਿ ਜਦੋਂ ਵੀ ਮੈਂ ਉਹਦੇ ਲੈਕਚਰ ਸੁਣਦਾ ਉਹ ਹੁਣ ਹਿੰਦੂਤਵ ਦੇ ਉੱਤੇ, ਹਿੰਦੂ ਮੈਥੋਲੋਜੀ ਦੇ ਉੱਤੇ ਹੀ ਲੈਕਚਰ ਦਿੰਦਾ। I have listened to him again and again, ਕਿਉਂਕਿ ਪੁਆਇੰਟ ਬਹੁਤ ਵਧੀਆ, ਬੋਲਦਾ ਬਹੁਤ ਵਧੀਆ, ਠੀਕ ਹੈ ਜੀ। ਲੇਕਿਨ ਉਹ ਜੋ ਰਸਤਾ ਉਹਨੇ ਹੁਣ ਅਪਣਾਇਆ ਹੋਇਆ, ਉਹ ਇਹ ਅਪਣਾਇਆ ਹੋਇਆ ਕਿ ਆਉਣ ਵਾਲੇ 10 ਸਾਲ ਚ ਸ਼ਾਇਦ ਉਹ ਇੱਕ ਬਾਬਾ ਬਣ ਕੇ ਕਿਤੇ ਨਾ ਕਿਤੇ ਲੀਡ ਕਰਨ ਲੱਗ ਪਏ ਕਿਸੇ ਕਲਟ ਨੂੰ। ਕੇਜਰੀਵਾਲ ਹੈ ਜੀ, ਜੋ ਮੌਜੂਦਾ ਸਿਸਟਮ ਹੈ ਜਿਹੜਾ ਇੰਡੀਆ ਦਾ ਸੈਂਟਰ ਦੇ ਵਿੱਚ ਕੰਟਰੋਲ ਕੀਤਾ ਹੋਇਆ, ਉਹਨੂੰ ਉਹਦੇ ਅਧੀਨ ਹੀ ਕੰਮ ਕਰਨਾ ਪੈਣਾ। ਉਹਦੇ ਅਧੀਨ ਜਿਹੜੇ ਹਰੇਕ ਸਟੇਟਾਂ ਦੀਆਂ ਜ਼ਰੂਰਤਾਂ ਪ੍ਰੋਡਿਊਸ ਹੀ ਉਹਦੇ ਅਧੀਨ ਕੀਤਾ ਗਿਆ ਜੀ, ਬੇਸਿਕਲੀ ਉਸੇ ਨੂੰ ਚਲਾਉਣ ਵਾਸਤੇ ਕੀਤਾ ਗਿਆ। ਉਹ ਦੇਖੋ ਦੋ ਚੀਜ਼ਾਂ ਨੇ, ਪੰਜਾਬ ਦੀਆਂ ਲੋੜਾਂ ਹੋਰ ਨੇ ਜੀ, ਦਿੱਲੀ ਦੀਆਂ ਲੋੜਾਂ ਹੋਰ ਨੇ। ਹਾਂ, ਅਗਰ ਉਹ ਪੰਜਾਬ ਦੇ ਹੱਕ 'ਚ ਬੋਲਦਾ, ਦਿੱਲੀ ਉਹਦੇ ਹੱਥੋਂ ਜਾਂਦੀ ਹੈ। ਜੇ ਦਿੱਲੀ 'ਚ ਗੱਲ ਕਰਦਾ ਤੇ ਪੰਜਾਬ ਵਾਲੇ ਉਹਨੂੰ ਨਫ਼ਰਤ ਕਰਦੇ ਨੇ। ਸੋ ਉਹਦੇ ਕੋਲ ਚੋਇਸ ਹੀ ਕੋਈ ਨਹੀਂ ਹੈ। ਹੁਣ ਦੇਖੋ ਐਗਰੀਕਲਚਰ ਯੂਨੀਵਰਸਿਟੀ ਨੇ ਸਾਫ਼ ਸਾਬਤ ਕਰਤਾ ਹੈ ਕਿ ਜਿਹੜੇ ਇਹ ਪ੍ਰਦੂਸ਼ਣ ਦੀ ਗੱਲ ਕਰਦੇ ਨੇ ਪਰਾਲੀ ਦੇ ਨਾਲ, ਉਦੋਂ ਉਹ ਕਹਿੰਦੇ ਨੇ ਵੀ ਉਹ ਜਿਹੜੇ ਦਿਨ ਨੇ ਕੋਈ 75 ਦਿਨ, ਉਹ 58 ਦਿਨ ਜਿਹੜੀ ਹੈ ਉਹ ਹਵਾ ਜਿਹੜੀ ਹੈ ਉਹ ਬਹੁਤ ਕਾਮ ਚੱਲਦੀ ਹੈ ਜੀ, ਭਾਵ ਕਿ 2 ਕਿਲੋਮੀਟਰ ਤੋਂ ਥੱਲੇ ਉਹਦੀ ਰਫ਼ਤਾਰ ਹੈ। ਤੇ ਜਿਹੜੀ ਦਿਸ਼ਾ ਉਹ ਦਿੱਲੀ ਵੱਲ ਨੂੰ ਨਹੀਂ ਹੁੰਦੀ, ਉਹ ਕਿੱਧਰ ਹੁੰਦੀ ਹੈ ਜੀ, ਉਹ ਦੂਜੇ ਪਾਸੇ ਨੂੰ ਹੁੰਦੀ ਹੈ। ਸੋ ਸਾਡਾ ਤਾਂ ਧੂਆਂ ਦਿੱਲੀ ਪੜਦਾ ਹੀ ਨਹੀਂ, ਪਰ ਸਾਨੂੰ ਆਰਾਮ ਕਰੀ ਤੁਰੀ ਜਾਂਦੇ ਹੋ। ਹਾਂਜੀ ਹਾਂਜੀ। ਅੱਛਾ, ਅਖੀਰ ਦੇ ਵਿੱਚ WhatsApp, ਹਾਂਜੀ, ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੁਹਾਡੇ ਅਖੀਰਲੇ ਵਿਚਾਰ ਕੀ ਨੇ? ਦੇਖੋ ਗੱਲ ਹੈ ਗਰੇਵਾਲ ਸਾਹਿਬ, ਆਪਣੇ ਇਸ ਪ੍ਰੋਗਰਾਮ ਦਾ ਇਹ ਮਤਲਬ ਨਹੀਂ ਅਸੀਂ ਕੋਈ ਨਫ਼ਰਤ ਫੈਲਾਈਏ ਜਾਂ ਕੋਈ ਅਸੀਂ ਬਿਲਕੁਲ ਨਹੀਂ। ਹਾਂਜੀ, ਸਾਡਾ ਕੰਮ ਹੁੰਦਾ ਕਿ ਆਪਣੇ ਦਿਮਾਗ ਦੇ ਹਿਸਾਬ ਨਾਲ ਇੱਕ ਕਿਸੇ ਇਸ਼ੂ ਨੂੰ ਵਿਚਾਰੀਏ ਤਾਂ ਜੋ ਲੋਕਾਂ ਨੂੰ ਹੋਰ ਜਾਣੂ ਕਰਾ ਸਕੀਏ। ਬਿਲਕੁਲ, ਮੈਂ ਇਸ ਗੱਲ ਦਾ ਧਾਰਨੀ ਹੈ ਜੀ, ਚਾਹੇ ਇੱਕ ਕੰਟਰੀ ਹੋਵੇ ਚਾਹੇ ਇੱਕ ਸਟੇਟ ਹੋਵੇ, ਠੀਕ ਹੈ, ਕਿਸੇ ਨਾ ਕਿਸੇ ਨੇ ਰਨ ਕਰਨਾ ਹੁੰਦਾ। ਉਹ ਜਿਹੜਾ ਰਨ ਕਰੇਗਾ ਹੈਡ, ਉਹਦੀ ਇੱਕ ਪਾਰਟੀ ਹੋਏਗੀ, ਉਹਦਾ ਇੱਕ ਧਰਮ ਵੀ ਹੋਏਗਾ, ਉਹਦੀ ਇੱਕ ਸੋਚ ਵਿਚਾਰਧਾਰਾ ਵੀ ਹੋਏਗੀ। ਜਿੱਥੇ ਗੱਲ ਮੇਰੀ ਜਨਮ ਭੂਮੀ ਦੀ ਆਉਂਦੀ ਹੈ, ਪੰਜਾਬ ਦੀ ਆਉਂਦੀ ਹੈ, ਮੈਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਵੇ। ਹਰ ਪੰਜਾਬੀ ਦੀ ਗੱਲ ਕਰਦਾ, ਹਰ ਵਰਗ ਦਾ, ਹਰ ਧਰਮ ਦਾ ਇੱਕ ਖੁਸ਼ਹਾਲ ਬੰਦਾ ਚਾਹੀਦਾ ਜੀ। ਜੇ ਅਸੀਂ ਬਾਹਰ ਆ ਕੇ ਮਿਹਨਤਾਂ ਕਰਕੇ ਖੁਸ਼ਹਾਲ ਹੋ ਸਕਦੇ ਨਾ ਦੇਸ਼ਾਂ ਦੇ ਵਿੱਚ, ਤਾਂ ਅਸੀਂ ਪੰਜਾਬ ਦੇ ਵਿੱਚ ਆਪਣੇ ਪੰਜਾਬੀਆਂ ਨੂੰ ਖੁਸ਼ਹਾਲ ਹੁੰਦੇ ਕਿਉਂ ਨਹੀਂ ਦੇਖ ਸਕਦੇ? ਸੋ ਪੰਜਾਬੀਆਂ ਨੂੰ ਖਾਸ ਕਰਕੇ ਨਾ, ਹੁਣ ਜੇ ਸਿੱਖਾਂ ਦੀ ਗੱਲ ਕਰਾਂ ਜੀ, ਸਿੱਖਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਕਿਸੇ ਭੁਲੇਖੇ 'ਚ ਨਾ ਰਹੋ।
ਸਮੇਂ-ਸਮੇਂ ਤੇ ਪ੍ਰਤੱਖ ਇਹ ਜ਼ਾਹਰ ਹੁੰਦਾ ਰਿਹਾ ਕਿ ਤੁਸੀਂ ਰੜਕਦੇ ਹੋ, ਤੁਹਾਡਾ ਚਿਹਰਾ ਮੋਹਰਾ ਜਿਹੜਾ ਉਹ ਦਿੱਲੀ ਤੇ ਹਾਕਮ ਨੂੰ ਕੋਈ ਵੀ ਹੋਵੇ ਉਹਨੂੰ ਰੜਕਦਾ। ਬਟ ਇਹਦਾ ਹੁਣ ਹੱਲ ਸਮੇਂ ਨਾਲ ਕਿਵੇਂ ਕੱਢਣਾ ਹੈ, ਤੁਸੀਂ ਉਹ ਕੌਮ ਨੇ ਸੋਚਣਾ ਹੈ। ਤੇ ਜਿਹੜੇ ਮੇਰੇ ਦੂਜੇ ਪੰਜਾਬੀ ਭਰਾ ਨੇ ਦੂਜੇ ਧਰਮਾਂ ਦੇ, ਉਹਨਾਂ ਵੀ ਮੰਨਣਾ ਚਾਹੀਦਾ ਕਿ ਤੁਹਾਡੇ ਜਿਹੜੇ ਆਂਢੀ ਗੁਆਂਢੀ ਨੇ, ਤੁਹਾਡੇ ਦੂਜੇ ਸਿੱਖ ਭਰਾ ਨੇ, ਉਹਨਾਂ ਦੇ ਨਾਲ ਵਾਕਿਆ ਹੀ ਧੱਕਾ ਹੋ ਰਿਹਾ, ਵਾਕਿਆ ਹੀ ਧੱਕਾ ਹੋ ਰਿਹਾ ਜੀ, ਹੁੰਦਾ। ਠੀਕ ਹੈ ਜੀ। ਚੱਟਾ ਸਾਹਿਬ, ਅਖੀਰ ਦੇ ਵਿੱਚ ਤੁਹਾਡਾ ਵਿਚਾਰ। ਬਸ ਮੈਂ ਜੀ ਇਹ ਅਖੀਰ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਇੱਕ ਸਮਝ ਲੈਣਾ ਚਾਹੀਦਾ ਕਿ ਜੇ ਉਹ ਰੋਜ਼ ਹਿੰਦੂ ਰਾਸ਼ਟਰ ਦਾ ਰੌਲਾ ਪਾਉਂਦੇ ਆ, ਤੇ ਉਹਦੇ ਲਈ ਜੇ ਸਿਰਫ ਤੇ ਸਿਰਫ ਰੋੜਾ ਆ ਤੇ ਅਸੀਂ ਆ, ਸਿੱਖ ਹੀ ਆ। ਤੇ ਠੀਕ ਆ, ਸਿੱਖਾਂ ਨੂੰ ਆਪਣਾ ਆਪ ਸੋਚ ਲੈਣਾ ਚਾਹੀਦਾ ਅਸੀਂ ਸਰਵਾਈਵ ਕਰ ਸਕਦੇ ਇੰਡੀਆ ਦੇ ਵਿੱਚ ਜਾਂ ਨਹੀਂ ਕਰ ਸਕਦੇ। ਠੀਕ ਹੈ ਜੀ। ਫਲੋਰਾ ਸਾਹਿਬ, ਅਖੀਰ ਦੇ ਵਿੱਚ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਜੀ ਬਿਲਕੁਲ, ਮੈਂ ਕਹਿਣਾ ਚਾਹਾਂਗਾ ਜੀ, ਕਿਉਂਕਿ ਮੈਂ ਗੱਲ ਜਿਹੜੀ ਸੀਗੀ ਸ਼ਾਹ ਮੁਹੰਮਦ ਤੋਂ ਸ਼ੁਰੂ ਕੀਤੀ, ਆਪਾਂ ਉੱਥੋਂ ਹੀ ਆ ਕੇ ਨਿਬੇੜਦੇ ਹਾਂ ਜੀ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਦਾਦ ਨਮਰੂਦ ਫਿਰਊਨ ਜਿਹੇ ਦਾਵੇ ਬਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜਿਹੇ ਆਏ ਵਿੱਚ ਦਿੱਲੀ, ਫੇਰੀ ਵਾਂਗ ਵਣਜਾਰਿਆ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੀ ਕਈ ਵਜਾਏ ਗਏ। ਸੋ ਉਹਦੇ ਨਾਲ ਮੈਂ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਸਿੱਖਾਂ ਨੂੰ ਜਿਹੜੀ ਸਮਝ ਪਈ ਹੋਈ ਹੈ ਕਿ ਅਸੀਂ ਕੌਣ ਆ, ਇਸ ਚੀਜ਼ ਦਾ ਪਤਾ ਹੈ, ਪਰ ਡਾਇਰੈਕਸ਼ਨ, ਦਿਸ਼ਾ ਜਿਹੜੀ ਹੈ ਉਹਦੇ ਬਾਰੇ ਗਿਆਨ ਹੁੰਦਿਆਂ ਕਾਫੀ ਸਮਾਂ ਇਹਨਾਂ ਨੂੰ ਲੱਗ ਗਿਆ ਕਿ ਅਹਿਮਦ ਸ਼ਾਹ ਅਫਜ਼ਾਲੀਆਂ ਵਰਗੇ, ਦੁਰਾਨੀਆਂ ਵਰਗਿਆਂ ਦੇ ਪੈਰਾਂ ਦੇ ਵਿੱਚ ਕੰਡੇ ਬਣ ਕੇ ਵੜ ਗਏ ਤੇ ਸੂਲਾਂ ਵਾਂਗੂ ਉੱਠੇ ਤੇ ਉਹਨਾਂ ਨੂੰ ਉਖਾੜ ਛੱਡਿਆ। ਤੇ ਮੇਰਾ ਖਿਆਲ ਹੈ ਸਾਡੇ 'ਚ ਇੰਨਾ ਜਜ਼ਬਾ ਹੈ, ਅਸੀਂ ਆਉਣ ਵਾਲੀ ਆਪਣੀਆਂ ਨਵੀਆਂ ਨਸਲਾਂ ਨੂੰ, ਆਪਣੇ ਬੱਚਿਆਂ ਨੂੰ ਇੰਨਾ ਕੁ ਐਜੂਕੇਟ ਕਰੀਏ ਕਿ ਅਸੀਂ ਹਰ ਤਰੀਕੇ ਨਾਲ, ਹਰ ਹੀਲੇ ਆਪਣੀ ਕੌਮ ਦਾ, ਜ਼ਮੀਨ ਦਾ ਜਿਹੜਾ ਰਖਵਾਲੀ ਵਾਸਤੇ ਆਪਣੇ ਤਿਆਰ ਕਰੀਏ, ਔਰ ਆਪਣੇ ਜਜ਼ਬੇ ਨੂੰ ਉਸੇ ਲੈਵਲ ਤੇ ਰੱਖੀਏ ਕਿ ਜਿੱਥੋਂ ਦਿੱਲੀ ਦਾ ਤਖਤੇ ਤਾਊਸ ਜਿਹੜਾ ਉਖਾੜ ਕੇ ਲਿਆ ਕੇ ਜੱਸਾ ਸਿੰਘ ਰਾਮਗੜੀਏ ਹੁਣਾਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਲਿਆ ਕੇ ਸਥਾਪਿਤ ਕੀਤਾ, ਜੋ ਵੀ ਅੱਜ ਕੱਲ੍ਹ ਵੀ ਰਾਮਗੜੀਏ ਬੁੰਗੇ 'ਚ ਸੁਸ਼ੋਭਿਤ ਹੈ। ਸਾਨੂੰ ਇਸ ਚੀਜ਼ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਆਓ ਆਪਣੇ ਨੂੰ ਐਜੂਕੇਟ ਕਰੀਏ, ਸਹੀ ਤਰੀਕੇ, ਸਹੀ ਦਿਸ਼ਾ ਚੱਲਦਿਆਂ ਹੋਇਆਂ ਅਸੀਂ ਆਪਣਾ ਜੋ ਹੈ ਨਿਸ਼ਾਨਾ ਤੇ ਪੂਰਤੀ ਪਾਈਏ। ਔਰ ਇੰਦਰਾ ਗਾਂਧੀ ਵੱਲੋਂ ਜੋ ਕਾਰਵਾਈ ਕੀਤੀ ਗਈ, ਉਹਦੀ ਸਜ਼ਾ ਮੈਂ ਸੋਚਦਾ ਕਿ ਖਾਲੀ ਸਿੱਖਾਂ ਨੇ ਨਹੀਂ, ਉਸ ਨੂੰ ਰੱਬ ਨੇ ਸਜ਼ਾ ਦਿੱਤੀ। ਔਰ ਕੋਈ ਵੀ ਜੋ ਸਰਬੱਤ ਦੇ ਭਲੇ ਵਾਲੀ ਕੌਮ ਦੇ ਖਿਲਾਫ ਸਿਰ ਚੁੱਕੇਗਾ, ਆਵਾਜ਼ ਚੁੱਕੇਗਾ, ਰੱਬ ਦੇ ਘਰੋਂ ਆਪਣੇ ਆਪ ਉੱਥੋਂ ਅਕਾਲ ਪੁਰਖੀ ਫੌਜ ਨੂੰ ਜੋ ਹੁਕਮ ਆਏਗਾ ਉਹਦੇ ਮੁਤਾਬਕ ਉਹਨਾਂ ਨੂੰ ਉਸੇ ਰਸਤੇ ਦੇ ਉੱਤੇ ਤੁਰਿਆ ਜਾਏਗਾ। ਬਸ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਆਪ ਜੀ ਸਭ ਤੋਂ ਇਜਾਜ਼ਤ ਚਾਹੁੰਦਾ। ਦਿਲ ਦੀਆਂ ਗਹਿਰਾਈਆਂ ਚੋਂ ਭਰਦੀ ਸ਼ੁਕਰੀਆ ਸਾਰੇ ਪਿਆਰ ਸੱਜਣਾਂ ਭਰੀ ਦਾ। ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਕਰੀਆ।